राग तनासरी महला पहला। गगन में थाल रव चंद दीपक बने। तारिका मंडल जनक मोती। धूप मन आन लो पवन चवरो करे। सगल बन राय फुलंत ज्योति। कैसी आरती होए भव खंडना तेरी आरती। अनहता शब्द वाजंत भेरी रहाओ। सहस तव नैन नन नैन हैं तुहे को। सहस मूरत नना एक तोही। सहस पद बिमल नन एक पद। गंध बिन सहस तव गंध इव चलत मोही। सब में जोत जोत है सोए। तिस दे चानण सब में चानण होए। गुर साखी जोत प्रगट होए। जोत सुभावै सो आरती होए। हर चरण कवल मकरंद लोभत मनो। अन दिनो मोह आही प्यासा। कृपा जल दे नानक सारंग को। होए जाते तेरा नाए वासा। वाहिगुरु जी का खालसा वाहिगुरु जी की फतेह। गुरु प्यारी साध संगत जी, सोहला बाणी ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਆਪਾਂ ਤੀਜੇ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਦੋ ਸ਼ਬਦਾਂ ਦੀ ਵਿਚਾਰ ਆਪਾਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਅੱਜ ਵਾਲਾ ਸ਼ਬਦ ਜਿਸ ਦੀ ਆਪਾਂ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਰਾਗ ਧਨਾਸਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 13 ਦੇ ਉੱਪਰ ਇਹ ਸ਼ਬਦ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕੈਸੀ ਆਰਤੀ ਹੋਏ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿੰਨੀ ਸੋਹਣੀ ਆਰਤੀ ਤੁਹਾਡੀ ਆਪਣੇ ਆਪ ਦੇ ਵਿੱਚ ਹੋ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਭਾਵ ਖੰਡਨ ਦਾ ਅਰਥ ਹੈ, ਹੇ ਦੁਨੀਆ ਦੇ ਡਰਾਂ ਤੋਂ ਸਾਨੂੰ ਬਚਾਉਣ ਵਾਲੇ ਵਾਹਿਗੁਰੂ ਪ੍ਰਮਾਤਮਾ ਜੀ, ਕਿੱਡੀ ਅਦਭੁਤ ਤੁਹਾਡੀ ਆਰਤੀ ਆਪਣੇ ਆਪ ਕੁਦਰਤ ਕਰ ਰਹੀ ਹੈ। ਕਿੰਨੇ ਪਿਆਰੇ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਵਰਤ ਕੇ ਸਾਨੂੰ ਬਹੁਤ ਪਿਆਰੀ ਸਿੱਖਿਆ ਦਿੱਤੀ ਹੈ ਕਿ ਸਾਨੂੰ ਕੋਈ ਵੱਖਰਾ ਅਡੰਬਰ, ਵੱਖਰਾ ਕੋਈ ਕਰਮਕਾਂਡ ਕਰਨ ਦੀ ਜ਼ਰੂਰਤ ਨਹੀਂ। ਉਸ ਪ੍ਰਮਾਤਮਾ ਦੀ ਰਚੀ ਹੋਈ ਇਹ ਕੁਦਰਤ ਆਪਣੇ ਆਪ ਦੇ ਵਿੱਚ ਬੱਝਵੇਂ ਨਿਯਮ ਦੇ ਵਿੱਚ ਉਸ ਮਾਲਕ ਦੀ ਆਰਤੀ ਕਰ ਰਹੀ ਹੈ। ਤੋ ਸਾਹਿਬ ਕਿੱਡੇ ਪਿਆਰੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ। ਅਨਹਤਾ ਸ਼ਬਦ ਦਾ ਅਰਥ ਹੈ ਕਿ ਮਨੁੱਖੀ ਜੀਵਨ ਦੇ ਅੰਦਰ ਜੋ ਜੀਵਨ ਰੌਂ ਚੱਲ ਰਹੀ ਹੈ, ਇਹ ਨਿਰੰਤਰ ਭਾਵ ਲਗਾਤਾਰ। ਵਾਜੰਤ ਭੇਰੀ ਦਾ ਅਰਥ ਹੈ, ਇਹ ਮੇਰੇ ਮਾਲਕ ਜੀ, ਹਰ ਇੱਕ ਜ਼ਿੰਦਗੀ ਦੇ ਵਿੱਚ ਜਿਹੜੀ ਜੀਵਨ ਸੱਤਾ ਚੱਲ ਰਹੀ ਹੈ, ਮਾਨੋ ਕਿ ਇਹ ਇੱਕ ਨਗਾਰਾ ਵੱਜ ਰਿਹਾ ਹੈ ਜਿਹੜਾ ਤੁਹਾਡੀ ਆਰਤੀ ਵਾਸਤੇ ਵੱਜਦਾ ਹੁੰਦਾ। ਭਾਵ ਜਿਹੜੇ ਦੁਨਿਆਵੀ ਲੋਕ ਸਥਾਪਿਤ ਕੀਤੀਆਂ ਹੋਈਆਂ ਮੂਰਤੀਆਂ ਦੀਆਂ ਆਰਤੀਆਂ ਕਰਦੇ ਨੇ, ਉਹ ਤਾਂ ਵਕਤੀ ਤੌਰ 'ਤੇ ਥੋੜ੍ਹ ਚਿਰ ਹੀ ਹੁੰਦੀਆਂ ਨੇ, ਪਰ ਤੁਹਾਡੀ ਆਰਤੀ ਨਿਰੰਤਰ ਭਾਵ ਹਰ ਸਮੇਂ, ਹਰ ਵਕਤ, ਦਿਨ ਰਾਤ ਲਗਾਤਾਰ ਆਪਣੇ ਆਪ ਹੋ ਰਹੀ ਹੈ। ਉਹ ਕਿੰਨਾ ਪਿਆਰਾ ਨਕਸ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸ਼ਬਦ ਦੁਆਰਾ ਖਿੱਚਿਆ ਹੈ ਅਤੇ ਸਾਨੂੰ ਪ੍ਰੇਰਨਾ ਦਿੱਤੀ ਹੈ। ਆਮ ਸਾਖੀਕਾਰਾਂ ਦਾ ਮੰਨਣਾ ਵੀ ਹੈ ਕਿ ਇਹ ਸ਼ਬਦ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜਗਨਨਾਥਪੁਰੀ, ਜਿਹਨੂੰ ਪੁਰੀ ਕਹਿੰਦੇ ਨੇ, ਉੜੀਸਾ ਦੇ ਵਿੱਚ ਜਗਨਨਾਥ ਦਾ ਇੱਕ ਬਹੁਤ ਵੱਡਾ ਮੰਦਰ ਹੈ, ਇਹ ਮੰਨਿਆ ਉਹਨਾਂ ਵੱਲੋਂ। ਉੱਥੋਂ ਦੇ ਜਿਹੜੇ ਸੰਚਾਲਕ ਨੇ ਜਾਂ ਉਸ ਵਕਤ ਦਾ ਜੋ ਪ੍ਰਬੰਧ ਕਰਨ ਵਾਲੇ ਸੀ ਜਾਂ ਜਿਹੜੇ ਉੱਥੇ ਪੂਜਾ ਕਰਨ ਵਾਲੇ ਸੀ, ਇਹ ਮਨੌਤ ਹੈ ਕਿ ਜਗਨਨਾਥ ਦਾ ਮੰਦਰ ਹੈ, ਭਾਵ ਜਿਹਨੇ ਜਗਤ ਨੂੰ ਸਿਰਜਿਆ ਹੈ, ਉਹਦਾ ਉੱਥੇ ਮੰਦਰ ਬਣਾਇਆ ਹੋਇਆ ਅਤੇ ਉਹਦੀ ਉਹ ਆਰਤੀ ਕਰਦੇ ਨੇ।
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉੱਥੇ ਗਏ ਨੇ ਤੇ ਉਹ ਆਰਤੀ ਕਰ ਰਹੇ ਸਨ। ਮਹਾਰਾਜ ਨੂੰ ਕਹਿੰਦੇ ਤੁਸੀਂ ਵੀ ਸਾਡੇ ਨਾਲ ਆਰਤੀ ਵਿੱਚ ਸ਼ਾਮਲ ਹੋ। ਤੇ ਸਾਹਿਬ ਨੇ ਬੜੇ ਪਿਆਰੇ ਉੱਥੇ ਜਿਹੜੇ ਬਚਨ ਕਹੇ, ਕਹਿਣ ਲੱਗੇ ਵੀ ਸਾਨੂੰ ਆਰਤੀ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ। ਜਿਸ ਮਾਲਕ ਨੂੰ, ਜਿਸ ਰੱਬ ਨੂੰ ਮੈਂ ਮੰਨਦਾ ਹਾਂ, ਉਹਦੀ ਆਰਤੀ ਆਪਣੇ ਆਪ ਦੇ ਵਿੱਚ ਹੋ ਰਹੀ ਹੈ। ਉਹਨਾਂ ਦਾ ਬਹੁਤ ਪਿਆਰਾ ਸਵਾਲ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਕਹਿਣ ਲੱਗੇ ਹੁਣ ਤੁਸੀਂ ਵੇਖੋ ਇੱਕ ਥਾਲ ਹੈ, ਉਹਦੇ ਵਿੱਚ ਦੀਵੇ ਰੱਖੇ ਨੇ, ਕੋਈ ਤੁਸੀਂ ਉਹਦੇ ਵਿੱਚ ਪੈਸੇ ਰੱਖੇ ਨੇ, ਫੁੱਲ ਰੱਖੇ ਨੇ, ਤੁਸੀਂ ਥਾਲ ਘੁਮਾਉਂਦੇ ਜੇ। ਹੁਣ ਤੁਸੀਂ ਵੇਖੋ ਵੀ ਤੁਹਾਡਾ ਥਾਲ ਤੁਹਾਡੇ ਮੁਤਾਬਕ ਹੈ, ਤੁਹਾਡੇ ਮੁਤਾਬਕ ਇਹ ਜਗਤ ਦੇ ਨਾਥ ਦੀ ਮੂਰਤੀ ਹੈ ਤੇ ਤੁਹਾਡਾ ਥਾਲ ਉਹਦੀ ਮੂਰਤੀ ਦੀਆਂ ਸਾਰੀਆਂ ਪਰਿਕਰਮਾ ਕਰ ਲੈਂਦਾ ਹੈ। ਭਾਵ ਤੁਸੀਂ ਉਸ ਥਾਲ ਨੂੰ ਉਸ ਮੂਰਤੀ ਦੇ ਅੱਗੇ ਇੱਦਾਂ ਘੁਮਾਉਂਦੇ ਜੇ। ਇਹਦਾ ਅਰਥ ਵਾ ਵੀ ਤੁਹਾਡਾ ਥਾਲ ਵੀ ਛੋਟਾ ਹੈ ਤੇ ਜਿਹਨੂੰ ਤੁਸੀਂ ਜਗਤ ਦਾ ਨਾਥ ਕਹਿੰਦੇ ਜੇ, ਤੁਹਾਡਾ ਥਾਲ ਉਸ ਜਗਨਨਾਥ ਦੀ ਅੱਗੇ ਪੂਰੀ ਜਿਹੜੀ ਹੈ ਉਹ ਆਰਤੀ ਕਰ ਰਿਹਾ ਹੈ। ਭਾਵ ਉਹਦੇ ਅੱਗੇ ਤੁਸੀਂ ਉਸ ਨੂੰ ਘੁਮਾ ਕੇ ਉਹ ਤੋਂ ਵਾਰਨੇ, ਬਲਿਹਾਰਨੇ, ਕੁਰਬਾਨ ਹੋਣ ਦੀ ਗੱਲ ਕਰਦੇ ਜੇ। ਆਓ ਹੁਣ ਮੈਂ ਦੱਸਦਾ ਕਿ ਜਿਸ ਨੂੰ ਮੈਂ ਮੰਨਦਾ ਉਹਦੇ ਵਾਸਤੇ ਗਗਨਮੈ ਥਾਲ, ਗਗਨਮਈ ਥਾਲ। ਹੁਣ ਤੁਸੀਂ ਵੇਖੋ ਵੀ ਗਗਨ ਜਿਹੜਾ ਮਿਣਤੀ ਤੋਂ ਬਾਹਰ ਹੈ, ਇਹ ਮੇਰੇ ਪਰਮੇਸ਼ਰ ਦੇ ਆਰਤੀ ਵਾਸਤੇ ਥਾਲ ਹੈ। ਹੁਣ ਸੋਚ ਕੇ ਵੇਖੋ, ਜਿਹਦਾ ਥਾਲ ਹੀ ਮਿਣਤੀ ਤੋਂ ਬਾਹਰ ਹੈ ਉਹ ਆਪ ਕਿੱਡਾ ਵੱਡਾ ਹੋਏਗਾ। ਗਗਨਮੈ ਥਾਲ, ਗਗਨਮਈ ਥਾਲ। ਆਕਾਸ਼ ਭਾਵ ਗਗਨ ਥਾਲ ਹੈ, ਰਵ ਚੰਦ ਦੀਪਕ ਬਣੇ। ਰਵ ਚੰਦ, ਰਵ ਮੀਨਿੰਗ ਸੂਰਜ, ਚੰਦ ਮੀਨਿੰਗ ਚੰਦਰਮਾ। ਕਹਿੰਦੇ ਰਵ ਚੰਦ ਦੀਪਕ ਬਣੇ। ਸੂਰਜ ਅਤੇ ਚੰਦਰਮਾ ਇਹ ਦੋਵੇਂ ਦੀਵੇ ਨੇ ਉਸ ਆਕਾਸ਼ ਰੂਪੀ ਥਾਲ ਦੇ ਵਿੱਚ ਪਏ ਹੋਏ। ਹੁਣ ਕਿੱਡਾ ਪਿਆਰਾ ਨਕਸ਼ਾ ਖਿੱਚਿਆ, ਐਨ ਸੋਹਣੇ ਤਰੀਕੇ ਨਾਲ ਗੁਰਦੇਵ ਜੀ ਨੇ ਵਿਚਾਰਾਂ ਨੂੰ ਸਮਾਜ ਦੇ ਸਾਹਮਣੇ ਰੱਖਿਆ ਤੇ ਉਸ ਮਨੌਤ ਵਿੱਚੋਂ ਸਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਜਿਹੜੀ ਮਨੌਤ ਬਹੁਤ ਲੰਬੇ ਟਾਈਮ ਤੋਂ ਸਮਾਜ ਵਿੱਚ ਮੰਨੀ ਗਈ ਸੀ। ਤੋ ਗੁਰਦੇਵ ਪਿਤਾ ਮਹਾਰਾਜ ਇੱਥੇ ਬਹੁਤ ਪਿਆਰੇ ਸ਼ਬਦ ਵਰਤ ਰਹੇ ਨੇ। ਕਹਿੰਦੇ ਨੇ ਗਗਨਮੈ ਥਾਲ, ਗਗਨਮਈ ਥਾਲ। ਆਕਾਸ਼ ਮਾਨੋ ਥਾਲ ਹੈ, ਰਵ ਚੰਦ ਦੀਪਕ ਬਣੇ। ਸੂਰਜ ਤੇ ਚੰਦਰਮਾ ਉਸ ਆਕਾਸ਼, ਜਿਹੜਾ ਆਕਾਸ਼ਮਈ ਥਾਲ ਹੈ, ਗਗਨਮਈ ਥਾਲ ਹੈ, ਉਹਦੇ ਵਿੱਚ ਸੂਰਜ ਤੇ ਚੰਦਰਮਾ ਦੋਵੇਂ ਦੀਵੇ ਬਣੇ ਹੋਏ ਨੇ। ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ, ਜਿੰਨੇ ਤਾਰਿਆਂ ਦਾ ਸਮੂਹ ਹੈ, ਜਿੰਨੇ ਤਾਰੇ ਨੇ, ਇਹ ਜਨਕ ਮੋਤੀ। ਮਾਨੋ ਕਿ ਉਹਦੇ ਵਿੱਚ ਇਹ ਮੋਤੀ ਪਏ ਹੋਏ ਨੇ, ਕਿਉਂਕਿ ਜਦੋਂ ਆਰਤੀਆਂ ਹੁੰਦੀਆਂ ਸੀ ਤੇ ਉਹਦੇ ਵਿੱਚ ਸ਼ਰਧਾਲੂ ਲੋਕ ਪੈਸੇ ਰੱਖਦੇ ਸਨ। ਭਾਵੇਂ ਇੱਕ ਪੂਜਾ ਦਾ ਸਿਸਟਮ ਬਣ ਗਿਆ ਹੌਲੀ ਹੌਲੀ, ਤਾਂ ਉਹ ਪਾਂਡੇ ਲੋਕ ਇੱਦਾਂ ਮੂਰਤੀਆਂ ਅੱਗੇ ਘੁਮਾਉਂਦੇ ਸੀ। ਇਹ ਹੁਣ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਵੀ ਸਿੱਖਾਂ ਵਿੱਚ ਵੀ ਉਹ ਕੰਮ ਆ ਚੁੱਕੀ ਹੈ। ਸਿੱਖਾਂ ਵਿੱਚ ਵੀ ਜਿਹੜੇ ਦਸਤਾਰਧਾਰੀ ਪਾਂਡੇ ਨੇ, ਭਾਵੇਂ ਜਿਨ੍ਹਾਂ ਦਾ ਬਾਣਾ ਪੂਰਾ ਇੰਜ ਲੱਗਦਾ ਵੀ ਸਿੱਖੀ ਵਾਲਾ, ਪਰ ਸੁਰਤ ਕਰਕੇ ਕਰਮ ਵਿਪਰ ਵਾਲੇ ਕਰ ਰਹੇ ਨੇ। ਤੋ ਪਾਤਸ਼ਾਹ ਇੱਥੇ ਸਮਝਾਉਂਦੇ ਨੇ ਤਾਰਿਕਾ ਮੰਡਲ ਜਨਕ ਮੋਤੀ। ਫਿਰ ਕਿੰਨਾ ਪਿਆਰਾ ਨਕਸ਼ਾ ਖਿੱਚਿਆ। ਕਹਿੰਦੇ ਗਗਨਮੈ ਥਾਲ, ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ। ਮਲਿਆਲਾ ਪਰਬਤ ਵੱਲੋਂ ਜਿਹੜੀ ਹਵਾ ਆ ਰਹੀ ਹੈ, ਜਿਹੜੀ ਉਧਰੋਂ ਸੁਗੰਧੀ ਆ ਰਹੀ ਹੈ, ਮੰਨ ਲਓ ਕਿ ਇਹ ਜਿਹੜਾ ਹੈ ਧੂਪ ਦਾ ਕੰਮ ਕਰ ਰਹੀ ਹੈ। ਧੂਪ ਮਲ ਆਨ ਲੋ, ਪਵਨ ਚਵਰੋ ਕਰੇ। ਜਿਹੜੀ ਹਵਾ ਵਗ ਰਹੀ ਹੈ, ਮੰਨ ਲਓ ਵੀ ਇਹ ਚੌਰ ਕਰ ਰਹੀ ਹੈ। ਧੂਪ ਮਲ ਆਨ ਲੋ, ਪਵਨ ਚਵਰੋ ਕਰੈ। ਫਿਰ ਕਹਿਣ ਲੱਗੇ ਸਗਲ ਬਨਰਾਏ, ਜਿੰਨੀ ਬਨਸਪਤੀ ਹੈ, ਫੁਲੰਤ ਜੋਤੀ। ਕਹਿਣ ਲੱਗੇ ਉਸ ਪਰਮੇਸ਼ਰ ਵਾਸਤੇ ਸਾਰੀ ਜਿਹੜੀ ਬਨਸਪਤੀ ਹੈ ਇਹ ਫੁੱਲ ਅਰਪਣ ਕਰ ਰਹੀ ਹੈ। ਹੁਣ ਤੁਸੀਂ ਵੇਖੋ, ਇਹ ਚੀਜ਼ਾਂ ਥੋੜ੍ਹ ਚਿਰੀਆਂ ਥੋੜ੍ਹਾ, ਸਦਾ ਨੇ ਹਵਾ ਸਦਾ ਚੌਰ ਕਰ ਰਹੀ ਹੈ। ਮਲਿਆਲਾ ਪਰਬਤ ਵੱਲੋਂ ਸੁਗੰਧੀ ਆ ਰਹੀ ਹੈ। ਆਕਾਸ਼ ਥਾਲ ਹੈ, ਚੰਦਰਮਾ ਤੇ ਸੂਰਜ ਇਹ ਦੋਵੇਂ ਵਿੱਚ ਦੀਵੇ ਪਏ ਹੋਏ ਨੇ। ਹੁਣ ਮਹਾਰਾਜ ਕਹਿੰਦੇ ਕੈਸੀ ਆਰਤੀ ਹੋਏ। ਰਾਹ ਦਾ ਬੰਦਾ ਕੈਸੀ ਹੋ। ਰੱਬ ਜੀ ਵੇਖੋ ਤੁਹਾਡੀ ਕਿੰਨੀ ਸੋਹਣੀ ਆਰਤੀ ਆਪਣੇ ਆਪ 'ਚ ਹੋ ਰਹੀ ਹੈ। ਅਸੀਂ ਕਿੱਦਾਂ ਤੁਹਾਡੀ ਆਰਤੀ ਕਰ ਸਕਦੇ ਹਾਂ? ਕਿਉਂਕਿ ਤੁਸੀਂ ਕਿਤੇ ਇੱਦਾਂ ਥਾਪੇ ਥੋੜ੍ਹਾ। ਹੁਣ ਤੁਸੀਂ ਜਪ ਬਾਣੀ ਵਿੱਚ ਪੜ੍ਹਿਆ, ਥਾਪਿਆ ਨਾ ਜਾਏ। ਜਿਹੜਾ ਸਥਾਪਿਤ ਹੀ ਨਹੀਂ ਹੋ ਸਕਦਾ ਉਹਦੀ ਆਰਤੀ ਕਿੱਦਾਂ ਹੋਏਗੀ? ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹੁਣ ਪਹਿਲੀ ਗੱਲ ਤਾਂ ਤੁਸੀਂ ਆਰਤੀ ਕਰਨ ਵਾਸਤੇ ਤੁਹਾਨੂੰ ਸਥਾਪਿਤ ਕਰਨਾ ਪੈਣਾ। ਇੱਦਾਂ ਤੁਹਾਨੂੰ ਇਹਦਾ ਬਣਾਉਣਾ ਪੈਣਾ ਵੀ ਆਹ ਰੱਬ ਦਾ ਘਰ ਹੈ, ਆਹ ਰੱਬ ਹੈ। ਹੁਣ ਮੈਂ ਇਹਦੀ ਹੁਣ ਮੂਰਤੀ ਬਣਾ ਕੇ ਤੇ ਉਹਦੀ ਮੈਂ ਪਰਿਕਰਮਾ ਕਰ ਰਿਹਾ ਜਾਂ ਉਹਦੀ ਮੈਂ ਪੂਜਾ ਕਰ ਰਿਹਾ। ਉਸ 'ਤੇ ਕਹਿ ਤਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁੜੀ ਨਿਦਾਨ। ਤੋ ਪਾਤਸ਼ਾਹ ਇੱਥੇ ਕਹਿੰਦੇ ਨੇ ਗਗਨਮੈ ਥਾਲ, ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ। ਤੋ ਪਾਤਸ਼ਾਹ ਕਹਿੰਦੇ ਧੂਪ ਮਲ ਆਨ ਲੋ, ਪਵਨ ਚਵਰੋ ਕਰੇ। ਕਹਿਣ ਲੱਗੇ ਸਗਲ ਬੁਨਰਾਏ ਫੁਲੰਤ ਜੋਤੀ। ਸਾਰੀ ਬਨਸਪਤੀ ਮੰਨ ਲਓ ਫੁੱਲ ਅਰਪਣ ਕਰ ਰਹੀ ਹੈ ਉਸ ਪਰਮੇਸ਼ਰ ਦੀ ਸੋਹਣੀ ਜੀ ਆਰਤੀ ਵਾਸਤੇ। ਤੋ ਭਗਤ ਜਦੋਂ ਅਸੀਂ ਰਵਿਦਾਸ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਨਾਂ ਦੇ ਸ਼ਬਦਾਂ ਵਿੱਚ ਵੀ ਬਹੁਤ ਪਿਆਰਾ ਬਚਨ ਹੈ। ਕਹਿਣਗੇ ਨਾਮ ਤੇਰੋ ਆਰਤੀ ਮੱਜਨ ਮੁਰਾਰੇ।
हे परमात्मा जी, ਤੁਹਾਡਾ ਨਾਮ ਹੀ ਮੇਰੇ ਵਾਸਤੇ ਆਰਤੀ ਤੇ ਇਸ਼ਨਾਨ ਹੈ। ਭਾਵੇਂ ਮੈਨੂੰ ਵੱਖਰਾ ਅਡੰਬਰ ਕਰਨ ਦੀ ਲੋੜ ਨਹੀਂ। ਜਦੋਂ ਅਸੀਂ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ ਤੇ ਇਹਨਾਂ ਕਰਮ ਕਾਂਡਾਂ ਵਿੱਚੋਂ ਸਾਨੂੰ ਬਾਹਰ ਕੱਢਿਆ ਗੁਰਦੇਵ ਜੀ ਦੀ ਬਾਣੀ ਨੇ। ਪਰ ਹੁਣ ਥੋੜ੍ਹਾ ਜਿਹਾ ਝਾਤ ਆਪਣੇ ਵਾਲੇ ਬੰਨੇ ਵੀ ਮਾਰ ਲਈਏ। ਜਿਹੜੀ ਗੁਰਬਾਣੀ ਸਾਨੂੰ ਮੂਰਤੀਆਂ ਦੀ ਆਰਤੀ ਕਰਨ ਤੋਂ ਰੋਕਦੀ ਹੈ, ਜਿਹੜੀ ਸਾਨੂੰ ਇਹ ਦੱਸ ਰਹੀ ਵੀ ਤੁਸੀਂ ਉਸ ਪ੍ਰਮਾਤਮਾ ਦੀ ਆਰਤੀ ਕਿੱਦਾਂ ਕਰ ਲਓਗੇ, ਉਹਦੀ ਆਰਤੀ ਤੇ ਆਪਣੇ ਆਪ 'ਚ ਹੋ ਰਹੀ ਹੈ। ਪਰ ਸਾਡੇ ਅਗਿਆਨੀ ਅੰਧ ਵਿਸ਼ਵਾਸੀ ਲੋਕਾਂ ਨੇ ਉਸੇ ਗੁਰਬਾਣੀ ਦੇ ਸ਼ਬਦਾਂ ਦੀ ਆਰਤੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਤੁਸੀਂ ਵੇਖੋ, ਕਈ ਜਦੋਂ ਪਾਠ ਆਪਣੇ ਘਰਾਂ ਵਿੱਚ ਕਰਾਉਂਦੇ ਨੇ, ਸੰਪਰਦਾਇ ਡੇਰੇਦਾਰ ਕਿੱਦਾਂ ਥਾਲ ਘਮਾਉਂਦੇ ਨੇ। ਕਈਆਂ ਥਾਵਾਂ 'ਤੇ ਘਟਨਾਵਾਂ ਵੀ ਵਾਪਰ ਚੁੱਕੀਆਂ ਨੇ। ਹੁਣ ਜੇ ਕੋਈ ਇਹਨਾਂ ਨੂੰ ਪੁੱਛੇ ਵੀ ਜਿਹੜੀ ਗੁਰਬਾਣੀ ਸਾਨੂੰ ਇਹ ਦੱਸ ਰਹੀ ਹੈ ਉਹਦੀ ਆਰਤੀ ਆਪਣੇ ਆਪ 'ਚ ਹੋ ਰਹੀ ਹੈ, ਤੁਸੀਂ ਉਹਨਾਂ ਸ਼ਬਦਾਂ ਦੀ ਆਰਤੀ ਕਰ ਰਹੇ ਨੇ, ਉਸੇ ਗੁਰੂ ਗ੍ਰੰਥ ਸਾਹਿਬ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਜਿਹੜੀ ਆਰਤੀ ਕਰਮਕਾਂਡੀ ਲੋਕ ਕਰਦੇ ਸੀ ਉਹ ਤੋਂ ਰੋਕ ਰਹੀ ਹੈ। ਤੇ ਵੇਖੋ ਹਨੇਰ ਸਾਈਂ ਦਾ ਵੀ ਇੱਥੇ ਅਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਿੱਦਾਂ ਥਾਲ ਘੁਮਾਏ ਜਾ ਰਹੇ ਆ, ਕਿੱਦਾਂ ਟੱਲ ਖੜਕ ਰਹੇ ਨੇ। ਜੇ ਬੰਦਾ ਉੱਥੇ ਜਾ ਕੇ ਅੱਖਾਂ ਮੀਟ ਲਵੇ ਨਾ, ਫੀਲਿੰਗ ਪੂਰੀ ਮੰਦਰ ਵਾਲੀ ਆਉਣੀ ਹੈ। ਵੀ ਜਿਵੇਂ ਮੰਦਰ ਵਿੱਚ ਟੱਲੀਆਂ ਖੜਕਦੀਆਂ, ਮੰਦਰ ਵਿੱਚ ਸੰਖ ਪੂਰੇ ਜਾਂਦੇ ਆ, ਮੰਦਰ ਵਿੱਚ ਇਹ ਸਿੱਖ ਰਹਿਤ ਮਰਿਆਦਾ ਬਣਾਉਣ ਵਕਤ ਵੀ ਵਿੱਚ ਇਹ ਗੱਲ ਐਡ ਕੀਤੀ ਗਈ ਹੈ ਵੀ ਆਰਤੀਆਂ ਕਰਨੀਆਂ, ਟੱਲੀਆਂ ਖੜਕਾਉਣੀਆਂ, ਇਹ ਮਨਮਤ ਹੈ। ਪਰ ਪੜ੍ਹੀ ਨਹੀਂ ਬਹੁਤਿਆਂ ਨੇ ਤਾਂ ਸਿੱਖ ਰਹਿਤ ਮਰਿਆਦਾ ਨੂੰ ਅਜੇ ਤੱਕ ਵੇਖਿਆ ਵੀ ਨਹੀਂ। ਪੜ੍ਹਨਾ ਤੇ ਬਹੁਤ ਦੂਰ ਦੀ ਗੱਲ ਹੈ। ਤੇ ਡੇਰੇਦਾਰ ਕਦੀ ਵੀ ਨਹੀਂ ਚਾਹੁੰਣਗੇ ਸਾਡੇ ਸਿੱਖ ਰਹਿਤ ਮਰਿਆਦਾ ਡੇਰੇ ਵਿੱਚ ਲਾਗੂ ਹੋਵੇ, ਕਿਉਂਕਿ ਜਦੋਂ ਸਿੱਖ ਰਹਿਤ ਮਰਿਆਦਾ ਲਾਗੂ ਹੋ ਗਈ ਫਿਰ ਉਹ ਡੇਰਾ ਨਹੀਂ ਰਹਿ ਜਾਣਾ, ਫਿਰ ਉਹ ਗੁਰਦੁਆਰਾ ਬਣ ਜਾਣਾ। ਉਹ ਡੇਰਾ ਬਣਾਉਣਗੇ ਤੇ ਉਹਨਾਂ ਦੀ ਦੁਕਾਨ ਚੱਲਦੀ ਰਹਿਣੀ ਹੈ ਨਾ, ਵੀ ਇੱਥੇ ਮੱਸਿਆ ਨਹਾਓ, ਇੱਥੇ ਪੂਰਨਮਾਸ਼ੀ ਦੇ ਇਸ਼ਨਾਨ ਦਾ ਫਲ ਹੈ, ਇੱਥੇ ਪੰਚਮੀ ਬੜੀ ਲੱਗਦੀ ਹੈ, ਇੱਥੋਂ ਆਹ ਮੰਗੀਏ ਤੇ ਆਹ ਮਿਲਦਾ ਹੈ। ਫਿਰ ਇੱਦਾਂ ਤਰ੍ਹਾਂ ਤਰ੍ਹਾਂ ਦੇ ਪਾਠਾਂ ਦੇ ਫਲਦਾ ਵੀ ਇੱਦਾਂ ਤੁਸੀਂ ਪਾਠ ਕਰਾਓਗੇ ਤੇ ਆਹ ਫਲ ਮਿਲੇਗਾ। ਤੁਸੀਂ ਇੱਦਾਂ ਇੱਕ ਵਾਰੀ ਆਰਤੀਆਂ ਵਾਲਾ ਪਾਠ ਕਰਾ ਕੇ ਵੇਖੋ, ਕਿੱਦਾਂ ਥਾਲ ਘੁਮਾਏ ਜਾਂਦੇ ਨੇ, ਕਿੱਦਾਂ ਉੱਥੇ ਪੂਜਾ ਕੀਤੀ ਜਾਂਦੀ ਹੈ। ਤੁਸੀਂ ਵੇਖੋ ਕਿੰਨੀਆਂ ਇੰਟਰਨੈਟ 'ਤੇ ਅੱਜ ਕੱਲ੍ਹ 'ਤੇ ਫੋਟੋਆਂ, ਭਾਵੇਂ ਉੱਥੇ ਹਜ਼ੂਰ ਸਾਹਿਬ ਦੀ ਗੱਲ ਹੈ, ਆ ਕਈ ਸੰਪਰਦਾਇ ਡੇਰੇਦਾਰ ਵੀ ਆਰਤੀਆਂ ਘੁਮਾਉਂਦੇ ਨੇ। ਫਿਰ ਕਹਿਣਗੇ ਵੇਖੋ ਜੀ ਉਹ ਕਬਰ 'ਤੇ ਮਹਾਰਾਜ ਦਾ ਸਰੂਪ ਲੈ ਗਿਆ, ਉਹ ਕਬਰ 'ਤੇ ਸਰੂਪ ਲੈ ਗਿਆ, ਉਹ ਚੱਕ ਲਿਆਓਗੇ ਤੁਸੀਂ, ਚੱਕ ਕੇ ਵੀ ਲਿਆਂਦੇ ਨੇ। ਪਰ ਜਿਹੜੀਆਂ ਅਸੀਂ ਇੱਦਾਂ ਮਨਮਤਾਂ ਕਰ ਰਹੇ ਹਾਂ, ਫਿਰ ਇੱਦਾਂ ਕਹਿਣਗੇ ਵੇਖੋ ਜੀ ਸਾਰਿਆਂ ਗੁਰੂ ਸਾਹਿਬਾਨਾਂ ਨੇ ਆਰਤੀ ਕੀਤੀ ਹੈ, ਭਗਤ ਧੰਨੇ ਨੇ ਆਰਤਾ ਕੀਤਾ, ਗੋਪਾਲ ਤੇਰਾ ਆਰਤਾ। ਹੁਣ ਤੁਸੀਂ ਇੱਕ ਵਾਰ ਉਹਦੇ ਅਰਥ 'ਤੇ ਪੜ੍ਹ ਲਓ, ਉੱਥੇ ਆਰਤ ਦਾ ਅਰਥ ਜਾਚਕਾ ਮੰਗਤਾ ਵਾ ਕਿ ਗੋਪਾਲ ਤੇਰਾ ਆਰਤਾ, ਮੈਂ ਤੇਰਾ ਆਰਤਾ ਵਾਂ, ਮੈਂ ਤੇਰਾ ਮੰਗਤਾ ਵਾਂ, ਮੈਂ ਤੇਰਾ ਲੋੜਵੰਦ ਵਾਂ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਕਹਿਣਗੇ ਸਾਰਿਆਂ ਨੇ ਆਰਤੀ ਕੀਤੀ, ਭਗਤ ਧੰਨੇ ਨੇ ਇਕੱਲੇ ਨੇ ਆਰਤਾ ਕੀਤਾ। ਅੱਜ ਵੀ ਤੁਹਾਨੂੰ ਖੁੰਡਾਂ 'ਤੇ ਬੈਠੇ ਹੋਏ ਬੰਦੇ ਕਹੀਏ ਕਹਿਣਗੇ, ਕਿਉਂਕਿ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹੀ, ਸੁਣੀਆਂ ਇੱਦਾਂ, ਦੋ ਗੱਲਾਂ ਉੱਥੋਂ ਸੁਣ ਲਈਆਂ, ਦੋ ਗੱਲਾਂ ਉੱਥੋਂ ਸੁਣ ਲਈਆਂ, ਦੋ ਵਿਚਾਰਾਂ ਉਹਨੇ ਸੁਣਾਤੀਆਂ, ਆਪ ਤੇ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੀ ਗੁਰਬਾਣੀ ਸਾਨੂੰ ਮਨਮਤ ਕਰਨ ਤੋਂ ਰੋਕਦੀ ਹੈ, ਅਸੀਂ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਅੱਜ ਆਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਰ ਉਹ ਛੱਡੋ, ਤੁਸੀਂ ਕਈਆਂ ਗੁਰਦੁਆਰਿਆਂ ਵਿੱਚ ਆਰਤੀ ਨਹੀਂ ਹੁੰਦੀ, ਪਰ ਸ਼ਾਮਾਂ ਨੂੰ ਆਰਤੀ ਵਾਲੇ ਸ਼ਬਦ ਪੜ੍ਹੇ ਜਾਂਦੇ ਨੇ। ਥਾਲ ਨਹੀਂ ਘੁਮਾਇਆ ਜਾਂਦਾ, ਪਰ ਫੀਲਿੰਗ ਤਾਂ ਉਹ ਲਈ ਜਾਂਦੀ ਹੈ ਨਾ, ਵੇਖੋ ਮਹਾਰਾਜ ਅਸੀਂ ਤੁਹਾਡੀ ਆਰਤੀ ਕਰ ਰਹੇ ਹਾਂ। ਆਰਤੀ ਦੇ ਸ਼ਬਦ ਵੀ ਗੁਰਦੁਆਰਿਆਂ ਸ਼ਾਮਾਂ ਨੂੰ ਪੜ੍ਹੇ ਜਾਂਦੇ ਨੇ। ਤੁਸੀਂ ਹੋਰ ਗੁਰਬਾਣੀ ਪੜ੍ਹ ਲਓ। ਮਤਲਬ ਤੁਸੀਂ ਇਹ ਸਿੱਧ ਕਰਨਾ ਚਾਹੁੰਦੇ ਹੋ ਕਿ ਵੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਆਰਤੀ ਕਰ ਰਹੇ ਹਾਂ। ਤੋ ਗੁਰੂ ਪਿਆਰਿਓ, ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ, ਆਹ ਬਾਣੀ ਪੜ੍ਹ ਲਓ ਇੱਕ ਵਾਰ। ਉਹ ਸ਼ਬਦ ਹੈ ਜਿਹੜਾ ਅਸੀਂ ਰੋਜ਼ ਸ਼ਾਮ ਨੂੰ ਆਪਣੇ ਘਰਾਂ ਵਿੱਚ ਪੜ੍ਹਦੇ ਹਾਂ। ਗੁਰਦੁਆਰਿਆਂ 'ਚ ਵੀ ਇਸ ਬਾਣੀ ਦਾ ਰੋਜ਼ਾਨਾ ਪਾਠ ਹੁੰਦਾ। ਫਿਰ ਗੱਲ ਨੂੰ ਸਮਝੋ। ਇੱਥੇ ਹੁਣ ਇਹ ਸ਼ਬਦ ਨੂੰ ਇੱਕ ਵਾਰੀ ਆਪ ਪੜ੍ਹ ਲਓ। ਰਾਗ ਧਨਾਸਰੀ ਦਾ ਸ਼ਬਦ ਹੈ, 13 ਨੰਬਰ ਅੰਕ 'ਤੇ ਹੈ। ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਪੜ੍ਹਨਾ ਔਖਾ, ਇਹ ਤਾਂ ਸਾਡੇ ਨਿਤਨੇਮ ਦੀ ਬਾਣੀ ਦਾ ਹਿੱਸਾ ਵੀ ਹੈ। ਤੋ ਕਿੰਨੇ ਪਿਆਰੇ ਸ਼ਬਦ ਵਰਤੇ ਨੇ। ਗਗਨ ਮੈਂ ਥਾਲ, ਆਕਾਸ਼ ਮਾਨੋ ਥਾਲ ਹੈ, ਰਵ ਚੰਦ ਦੀਪਕ ਬਣੇ, ਸੂਰਜ ਤੇ ਚੰਦਰਮਾ ਉਸ ਆਕਾਸ਼ ਥਾਲ ਦੇ ਵਿੱਚ ਦੀਵੇ ਬਣੇ ਹੋਏ ਨੇ। ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ, ਜਿੰਨੇ ਤਾਰਿਆਂ ਦਾ ਸਮੂਹ ਹੈ ਇਹ ਮੰਨ ਲਓ ਹੀਰੇ ਮੋਤੀ ਪਏ ਹੋਏ ਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲਓ। ਮਲਿਆਲਾ ਪਰਬਤ ਵੱਲੋਂ ਜਿਹੜੀ ਸੁਗੰਧੀ ਆ ਰਹੀ ਹੈ, ਹਵਾ ਆ ਰਹੀ ਹੈ, ਮੰਨ ਲਓ ਧੂਪ ਦਾ ਕੰਮ ਕਰ ਰਹੀ ਹੈ। ਪਵਨ ਚਵਰੋ ਕਰੇ, ਹਵਾ ਜਿਹੜੀ ਉਹ ਚੌਰ ਕਰ ਰਹੀ ਹੈ। ਸਗਲ ਬਨ ਰਾਏ ਫੁੱਲੰਤ ਜੋਤੀ, ਜਿੰਨੀ ਬਨਸਪਤੀ ਹੈ, ਜਿੰਨੇ ਫੁੱਲ ਖਿੜੇ ਹੋਏ ਨੇ, ਜਿੰਨੀਆਂ ਪੱਤੀਆਂ ਨੇ, ਇਹ ਸਾਰੀਆਂ ਉਸ ਪਰਮੇਸ਼ਰ ਜੀ ਤੁਹਾਡੀ ਆਰਤੀ ਵਾਸਤੇ ਆਪਣੇ ਆਪ ਨੂੰ ਸੇਵਾ ਵਿੱਚ ਹਾਜ਼ਰ ਕਰੇ। ਤਾਂ ਕੈਸੀ ਆਰਤੀ ਹੋਏ। ਅਰਹਾਉ ਦਾ ਬੰਦ ਵੀ ਕੈਸੀ, ਕਿੱਡੀ ਸੋਹਣੀ ਆਰਤੀ ਹੋ ਰਹੀ ਹੈ।
ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ ਰਹਾਓ। ਹਰ ਜੀਵਨ ਦੇ ਵਿੱਚ ਜਿਹੜੀ ਰੌਂ ਚੱਲ ਰਹੀ ਹੈ, ਜੀਵਨ ਸਤਾ ਚੱਲ ਰਹੀ ਹੈ, ਮਹਾਰਾਜ ਜੀ ਇਹ ਤੇ ਆਪਣੇ ਆਪ ਦੇ ਵਿੱਚ ਹੀ ਨਗਾਰਾ ਵੱਜ ਰਿਹਾ, ਆਪਣੇ ਆਪ ਦੇ ਵਿੱਚ ਹੀ ਤੁਹਾਡੀ ਆਰਤੀ ਹੋ ਰਹੀ ਹੈ। ਤੋ ਜਾਨੀ ਕਿ ਜਿਸ ਕਰਮਕਾਂਡ ਤੋਂ, ਜਿਸ ਮਨੌਤ ਤੋਂ, ਜਿਸ ਮਨਮਤ ਤੋਂ ਸਾਨੂੰ ਗੁਰਦੇਵ ਜੀ ਦੀ ਬਾਣੀ ਹੋੜਦੀ ਹੈ, ਰੋਕਦੀ ਹੈ, ਅੱਜ ਅਸੀਂ ਧੱਕੇ ਨਾਲ ਉਹੋ ਹੀ ਮਨਮਤ ਕਰਦੇ ਪਏ ਹਾਂ। ਜੇ ਕੋਈ ਪ੍ਰਚਾਰਕ ਬਾਣੀ ਦੀ ਦਲੀਲ ਦੇ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ, ਬਾਣੀ ਅਸੀਂ ਖੁਦ ਆਪ ਪੜ੍ਹੀ ਕੋਈ ਨਹੀਂ, ਬਾਣੀ ਵਾਲੇ ਬੰਨੇ ਸਾਡਾ ਧਿਆਨ ਕੋਈ ਨਹੀਂ, ਬਾਣੀ ਵਾਲੇ ਬੰਨੇ ਅਸੀਂ ਆਪ ਜਾਣ ਨੂੰ ਤਿਆਰ ਨਹੀਂ, ਬਾਣੀ ਦੀ ਵਿਚਾਰ ਵਾਲੇ ਬੰਨੇ ਤੇ ਪਤਾ ਹੀ ਨਹੀਂ ਹੈਗਾ ਕਿਸੇ ਨੂੰ। ਕਰਮਕਾਂਡਾਂ ਦਾ ਪਤਾ, ਸਾਖੀਆਂ ਗਪੌੜ ਸਾਖੀਆਂ ਜਿੰਨੀਆਂ ਮਰਜ਼ੀ ਸੁਣ ਲਓ, ਜਿੰਨੀਆਂ ਮਰਜ਼ੀ ਸੁਣਾ ਲਓ। ਹੁਣ ਜਿਹੜੇ ਪਰਿਵਾਰ ਵਿਚਾਰੇ ਲਤਾੜੇ ਹੁੰਦੇ ਨੇ, ਜਿਹੜੇ ਪਹਿਲੇ ਡਰੇ ਹੁੰਦੇ ਨੇ, ਮਰੀਜ਼ ਹੈ ਜੀ ਘਰ 'ਚ ਕੋਈ ਹੌਸਪੀਟਲ ਬਿਮਾਰ ਪਿਆ ਹੈ, ਉਹਨੂੰ ਇੱਦਾਂ ਇਮੋਸ਼ਨਲ ਬਲੈਕਮੇਲ ਕਰਨਗੇ। ਇੱਕ ਵਾਰੀ ਤੁਸੀਂ ਪਾਠ ਕਰਾ ਕੇ ਵੇਖ ਲਓ, ਘਰ ਦੇ ਵਿੱਚ ਸਿੰਘਾਂ ਦੇ ਕੋਲੋਂ ਪਾਠ ਕਰਾ ਕੇ ਵੇਖ ਲਓ। ਉਹ ਫਿਰ ਘਰ ਆਰਤੀਆਂ ਵਾਲਾ ਪਾਠ, ਅਗਲੇ ਕਹਿੰਦੇ ਆ ਸੰਪਟ ਪਾਠ ਇਹ ਕੋਤਰੀਆਂ ਕਿੱਥੋਂ ਚੱਲੀਆਂ ਨੇ। ਉਹ ਖੁਸ਼ੀ ਨਾਲ ਥੋੜ੍ਹਾ ਕਢਾਉਂਦਾ, ਡਰਾਉਂਦੇ ਨੇ। ਤੁਹਾਡੇ ਘਰ ਪੁੱਤ ਨਹੀਂ ਹੋਗਾ, ਇੱਕ ਵਾਰੀ ਸੰਪਟ ਪਾਠ ਕਰਾ ਕੇ ਵੇਖ ਲਓ। ਤੁਹਾਨੂੰ ਮੁਕੱਦਮੇ ਤੰਗ ਕਰਦੇ ਆ ਨਾ, ਤੁਸੀਂ ਹਜ਼ਾਰਾਂ ਲੱਖਾਂ ਰੁਪਈਆ ਫੀਸ ਅਦਾਲਤਾਂ ਦੇ ਚੱਕਰ ਲਾ ਦੇ ਚੁੱਕੇ ਹੋ। ਇੱਕ ਵਾਰੀ ਸੰਪਟ ਪਾਠ ਕਰਾ ਕੇ ਵੇਖੋ, ਇੱਕ ਵਾਰ ਆਰਤੀਆਂ ਵਾਲਾ ਪਾਠ ਕਰਾ ਕੇ ਵੇਖੋ। ਤੁਹਾਨੂੰ ਕਈਆਂ ਘਰਾਂ ਦੇ ਵਿੱਚ ਤੁਹਾਨੂੰ ਇੱਦਾਂ ਦੇ ਮਿਲ ਜਾਣੇ, ਤੁਸੀਂ ਆਪਣੇ ਇਰਦ ਗਿਰਦ ਧਿਆਨ ਮਾਰੋਗੇ, ਤੁਹਾਨੂੰ ਆਮ ਕਈਆਂ ਪਰਿਵਾਰਾਂ 'ਚ ਮਨਮਤ ਮਿਲ ਜਾਏਗੀ। ਜਿਹੜੀ ਬਾਣੀ ਸਿੱਖ ਨੇ ਖੁਦ ਪੜ੍ਹਨੀ ਸੀ, ਇਹਨੂੰ ਕਹਿੰਦੇ ਨੇ ਦੀਵੇ ਥੱਲੇ ਹਨੇਰਾ। ਵੀ ਜਿਹੜੀ ਗੁਰਬਾਣੀ ਸਾਨੂੰ ਆਰਤੀਆਂ ਕਰਨ ਤੋਂ ਰੋਕਦੀ ਹੈ, ਵੀ ਆਰਤੀ ਕਰਨੀ ਥੋੜ੍ਹਾ ਹੈ, ਤੂੰ ਹੋ ਰਹੀ ਆਰਤੀ ਵਿੱਚ ਸ਼ਾਮਲ ਹੋਣਾ, ਤੂੰ ਆਰਤੀ ਤੇ ਆਪਣੇ ਆਪ 'ਚ ਹੋ ਰਹੀ ਹੈ। ਜਦੋਂ ਤੇਰਾ ਰੱਬ ਨਿਰਾਕਾਰ ਹੈ, ਉਹ ਥਾਪਿਆ ਨਹੀਂ ਜਾ ਸਕਦਾ, ਤੂੰ ਭਲਿਆ ਕਿੱਦਾਂ ਆਰਤੀ ਕਰ ਲੇਂਗਾ ਉਹਦੀ? ਬਈ ਕਿੱਦਾਂ ਆਰਤੀ ਕਰ ਲੇਗਾ? ਆਰਤੀ ਤੇ ਆਪਣੇ ਆਪ 'ਚ ਹੋ ਰਹੀ ਹੈ। ਜਿਹਦੇ ਵਾਸਤੇ ਆਕਾਸ਼ ਥਾਲ ਹੋਏਗਾ, ਉਹ ਜਿਹਦਾ ਥਾਲ ਹੀ ਨਹੀਂ ਮਿਣਿਆ ਜਾ ਸਕਦਾ, ਜਿਹਦੇ ਵਾਸਤੇ ਦੀਵੇ ਮਿਣਤੀ ਤੋਂ ਬਾਹਰੇ ਨੇ। ਜਿਹੜੀ ਬਾਣੀ ਕਿਤੇ ਬਾਣੀ ਪੜ੍ਹੀ ਹੁੰਦੀ ਤੇ ਅਸੀਂ ਦੀਵੇ ਜਗਾਉਣ ਵਾਲੇ ਬੰਨੇ ਤੁਰਦੇ। ਜਿਹੜੀ ਬਾਣੀ ਕਦੀ ਇਹ ਦੀਵਾ ਮੇਰਾ ਏਕ ਨਾ ਮਾਲਕ ਜੀ, ਮੇਰੇ ਵਾਸਤੇ ਤੁਹਾਡਾ ਨਾਮ ਹੀ ਦੀਵਾ ਹੈ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਆਪਣੇ ਦੁੱਖਾਂ ਨੂੰ ਤੇਲ ਬਣਾ ਕੇ ਤੁਹਾਡੇ ਨਾਮ ਦੇ ਦੀਵੇ 'ਚ ਪਾ ਦਿਆਂ। ਹੁਣ ਚਾਨਣ, ਜਿਉਂ-ਜਿਉਂ ਚਾਨਣ ਹੋਏਗਾ, ਕੀ ਸੜਦਾ ਭਲਾ? ਤੇਲ ਸੜਦਾ। ਇੱਥੇ ਤੇਲ ਕੀ ਹੈ? ਦੁੱਖ। ਜਿਉਂ-ਜਿਉਂ ਚਾਨਣ ਹੋਏਗਾ, ਜਿਉਂ-ਜਿਉਂ ਸਮਝ ਆਏਗੀ, ਦੁੱਖਾਂ ਦਾ ਤੇਲ ਸੜਦਾ ਜਾਣਾ ਹੈ। ਚੂਕਾ ਜਮ ਸਿਓ ਮੇਲ, ਆਪੇ ਵਕਾਰ ਰੂਪੀ ਜਮਾਂ ਨਾਲੋਂ ਮੇਰਾ ਨਾਤਾ ਲਿੰਕ ਟੁੱਟ ਜਾਣਾ, ਜੀਵਨ ਸੁਖੀ ਹੋ ਜਾਣਾ ਹੈ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਜਿੰਨਾ ਜ਼ੋਰ ਅਸੀਂ ਬਾਹਰਲਿਆਂ ਦੀਵਿਆਂ ਜਗਾਉਣ 'ਤੇ ਲਾਇਆ, ਕਾਸ਼ ਕਿਤੇ ਅਸੀਂ ਉਹਦੇ ਵਿੱਚੋਂ ਥੋੜ੍ਹਾ ਜਿਹਾ ਵੀ ਜ਼ੋਰ ਇਸ ਗੱਲ 'ਤੇ ਲਾਉਂਦੇ ਕਿ ਸਾਡੇ ਅੰਦਰ ਨਾਮ ਦਾ ਦੀਵਾ ਜਗ ਪਵੇ, ਸਾਨੂੰ ਸਮਝ ਆ ਜਾਏ, ਸਾਡੇ ਅੰਦਰ ਚਾਨਣ ਆ ਜਾਏ। ਗੁਰਬਾਣੀ ਇਸ ਜਗ ਮੈਂ ਚਾਨਣ। ਦੋ ਕਿਸਮ ਦੀ ਲੌਬੀ ਖੜੀ ਹੋਈ, ਤੁਸੀਂ ਵੇਖਿਆ ਨਾ। ਇੱਕ ਲੌਬੀ ਉਹ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਸਰੂਪਾਂ ਨੂੰ ਮੰਤਰਾਂ ਦੀ ਤਰ੍ਹਾਂ ਪੜ੍ਹਦੀ ਹੈ, ਸੰਪਟ ਲਾ ਕੇ ਪੜ੍ਹਦੀ ਹੈ। ਉਹਦੀ ਪੂਜਾ ਵਾਲੇ ਬੰਨੇ ਇੰਨਾ ਜ਼ੋਰ ਦੇ ਦਿੱਤਾ ਕਿ ਆਰਤੀਆਂ ਕਰੋ, ਫੁੱਲ ਅਰਪਣ ਕਰੋ, ਥਾਲ ਕਮਾਓ, ਪਰ ਇਹਨੂੰ ਪੜ੍ਹ ਕੇ ਮੰਨੇ ਉਹਨਾਂ 'ਚ ਲਿਖਿਆ ਕੀ। ਇੱਕ ਲੌਬੀ ਉਹ ਹੈ। ਦੂਜਿਆਂ ਦੀ ਇਹ 'ਚ ਹੈ ਹੀ ਕੀ ਹੈ, ਉਹ ਵੀ ਖਤਰਨਾਕ ਹੈ। ਲੌਬੀ ਉਹ ਵੀ ਖਤਰਨਾਕ ਹੈ ਜਿਹੜੀ ਕਹਿੰਦੀ ਇਹ 'ਚ ਹੈ ਹੀ ਕੀ ਹੈ, ਜਿਹਨੂੰ ਗੁਰੂ ਕਹਿਣਾ, ਉਹ ਵੀ ਖਤਰਨਾਕ ਹੈ। ਬੜਾ ਪਿਆਰਾ ਗਿਆਨ ਹੈ, ਉਪਦੇਸ਼, ਬੜੀ ਪਿਆਰੀ ਵਿਚਾਰ ਹੈ। ਇਹ ਤੇ ਜੋਈ ਜੋਈ ਖੋਜੈ ਸੋਈ ਸੋਈ ਨੂੰ ਪੁਜਾਵਈ। ਸਮੁੰਦਰ ਦੇ ਵਿੱਚ ਸਭ ਕੁਝ ਹੁੰਦਾ, ਸਮੁੰਦਰ ਦੇ ਵਿੱਚ ਸਭ ਕੁਝ ਹੁੰਦਾ। ਹੁਣ ਇਕੱਲੇ ਸਮੁੰਦਰ ਦੇ ਬਾਹਰ ਸੈਰ ਕੀਤਿਆਂ ਥੋੜ੍ਹਾ ਕੁਝ ਮਿਲਣਾ। ਬੜੇ ਤੁਹਾਨੂੰ ਸਮਾਜ ਵਿੱਚ ਐਸੇ ਪਰਿਵਾਰ ਮਿਲਣਗੇ ਜਿਨ੍ਹਾਂ ਨੇ ਗੁਰਬਾਣੀ ਪੜ੍ਹ ਕੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਂਦਾ ਹੈ, ਜ਼ਿੰਦਗੀ ਬਦਲੀ ਹੈ। ਲੱਖਾਂ ਦੇ ਖਰਚੇ ਕਰਨ ਵਾਲੇ ਆਪਣੇ ਪੁੱਤਰਾਂ ਦੇ ਆਨੰਦ, 3 ਪੁੱਤਰ ਸੀ, 2 ਪੁੱਤਰ ਸੀ। ਇੱਕ ਪੁੱਤਰ ਦਾ ਆਨੰਦ ਕਾਰਜ ਉਦੋਂ ਕੀਤਾ ਜਦੋਂ ਗੁਰਮਤਿ ਦੀ ਸੋਝੀ ਨਹੀਂ ਸੀ। ਦਾਜ ਲਿਆ ਵੀ, ਲੱਖਾਂ ਦੇ ਖਰਚੇ ਵੀ ਕੀਤੇ। ਦੂਜੇ ਪੁੱਤਰ ਦਾ ਆਨੰਦ ਕਾਰਜ ਉਸ ਸਮੇਂ 'ਚ ਕੀਤਾ ਜਾ ਰਿਹਾ ਜਦੋਂ ਗੁਰਮਤਿ ਦੀ ਸਮਝ ਆ ਗਈ। ਅੱਜ 5-10 ਬੰਦੇ ਖੜ ਕੇ ਆਨੰਦ ਕਾਰਜ ਕਰਕੇ ਲੈ ਕੇ ਆ ਰਹੇ ਆ। ਅਗਲੇ ਦੇਣਾ ਵੀ ਚਾਹੁੰਦੇ ਦਾਜ, ਕਹਿੰਦਾ ਨਾ ਭਾਈ, ਕਹਿੰਦਾ ਕਿਉਂ? ਕਹਿੰਦਾ ਹੁਣ ਬਿੱਲੀ ਨੇ ਮਾਸ ਖਾਣਾ ਛੱਡ ਦਿੱਤਾ, ਬਿੱਲੀ ਚੂਹੇ ਖਾਣੇ ਛੱਡ ਗਈ ਹੈ। ਦੀਸਤ ਮਾਸ ਨਾ ਖਾਏ ਬਿਲਾਈ। ਤੁਹਾਨੂੰ ਬਹੁਤ ਅਫਸਰ ਮਿਲਦੇ ਨੇ, ਸਾਨੂੰ ਤਾਂ ਕਈਆਂ ਦੇ ਫੋਨ ਆਉਂਦੇ ਦੱਸਦੇ ਨੇ ਭਾਈ ਸਾਹਿਬ ਪਹਿਲਾਂ ਰਿਸ਼ਵਤ ਲੈਂਦੇ ਸੀ, ਹੁਣ ਰਿਸ਼ਵਤ ਜ਼ਹਿਰ ਲੱਗਦੀ ਹੈ। ਇਹ ਗੁਰੂ ਦੇ ਸ਼ਬਦ ਨੇ ਤੀਰ ਮਾਰਿਆ। ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਪਾਉਂ ਤੇ ਪਿੰਗਲ ਪਿਆ, ਮਾਰਿਆ ਸਤਿਗੁਰ
ਵਾਹਨ ਉਹਨਾਂ ਨੌਜਵਾਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਲਈ ਫਿਰਦੇ ਸੀ। ਅੱਜ ਉਹਨਾਂ ਨੂੰ ਕਿਸੇ ਕੇਂਦਰ ਜਾਣ ਦੀ ਲੋੜ ਨਹੀਂ। ਅੱਗੇ ਉਹਨਾਂ ਦੀ ਰਾਖੀ ਕਰਨੀ ਪੈਂਦੀ ਸੀ, ਹੁਣ ਉਹ ਦੂਜਿਆਂ ਨੂੰ ਨਸ਼ੇ ਤੋਂ ਰੋਕਣ ਦੀ ਪ੍ਰੇਰਨਾ ਦਿੰਦੇ ਨੇ ਵੀ ਬਚ ਜਾਓ ਭਾਈ, ਇਹਨਾਂ ਨਸ਼ਿਆਂ 'ਚ ਕੱਖ ਨਹੀਂ ਹੈਗਾ। ਇਹ ਗੁਰੂ ਦਾ ਸ਼ਬਦ ਬੰਦੇ ਦੇ ਅੰਦਰ ਚਾਨਣ ਲੈ ਕੇ ਆਉਂਦਾ ਹੈ। ਜਦੋਂ ਮਨੁੱਖ ਉਸ ਵਾਹਿਗੁਰੂ ਪਰਮਾਤਮਾ ਦੀ ਹੋ ਰਹੀ ਆਰਤੀ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੇਗਾ। ਕੈਸੀ ਆਰਤੀ ਹੋਏ, ਹੇ ਮਾਲਕ ਜੀ ਤੁਹਾਡੀ ਕਿੰਨੀ ਸੋਹਣੀ ਆਰਤੀ ਹੋ ਰਹੀ ਹੈ। ਇਹ ਸ਼ਬਦ ਦਾ ਅਰਥ ਸੰਪਰਦਾਇਓ, ਡੇਰੇਦਾਰੋ ਇੱਕ ਵਾਰੀ ਆਪ ਪੜ੍ਹ ਕੇ ਵੇਖਿਓ, ਅਤੇ ਡੇਰੇਦਾਰਾਂ ਨਾਲ ਜੁੜੇ ਹੋਏ ਵਿਅਕਤੀਆਂ ਨੂੰ ਬੇਨਤੀ ਹੈ ਇੱਕ ਵਾਰ ਆਪ ਬਾਣੀ ਪੜ੍ਹ ਕੇ ਵੇਖ ਲਓ ਵੀ ਆਰਤੀ ਕਰਨੀ ਹੈ ਕਿ ਆਰਤੀ ਹੋ ਰਹੀ ਹੈ। ਭਲਾ ਆਰਤੀ ਤਾਂ ਆਪਣੇ ਆਪ 'ਚ ਹੋ ਰਹੀ। ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਕਿਉਂਕਿ ਅਗਲੇ ਜਿੰਨਾ ਵਿਖਾਵਾ ਕਰਨਗੇ ਉਹਨੇ ਕਹਿਣਗੇ ਵੀ ਮਹਾਂਪੁਰਖਾਂ ਦੇ ਕੀਤੇ ਹੋਏ ਪਾਠ ਦਾ ਤੇ ਫਲ ਹੀ ਬੜਾ ਬਈ। ਫਿਰ ਲੋਕ ਡੇਰਿਆਂ 'ਚ ਭੱਜੇ ਜਾਂਦੇ ਨੇ ਪਾਠ ਕਰਾਉਣ ਵਾਸਤੇ ਵੀ ਉਹ ਪਾਠ ਸ਼ੋਧੇ ਹੋਏ ਐ ਉਲਝੇ ਹੋਏ ਸਿੰਘਾਂ ਨੇ ਕੀਤਾ। ਅਤੇ ਗੁੱਸਾ ਨਾ ਮਨਾਇਓ, ਹਕੀਕਤ ਹੈ ਬਹੁਤਿਆਂ ਨੂੰ ਉਹਨਾਂ ਵਿੱਚੋਂ ਬਾਣੀ ਪੜ੍ਹਨੀ ਵੀ ਨਹੀਂ ਆਉਂਦੀ। ਉਹ 2-4 ਬੰਦੇ ਹੁੰਦੇ ਜਿਹੜੇ ਮਾਈਕ 'ਤੇ ਪਾਠ ਕਰਨ ਵਾਸਤੇ ਉਹਨਾਂ ਰੱਖੇ ਹੁੰਦੇ ਨੇ, ਬਾਕੀ ਤੇ ਨੇਤਰੀ ਪਾਠ ਕਰਨ ਵਾਲੇ ਹੁੰਦੇ ਨੇ। ਉਹ ਵੀ ਅਗਲੇ ਸੱਚੇ ਕਹਿੰਦੇ, ਜਦੋਂ ਅਗਲੇ ਰਖਾਉਣ ਵਾਲੇ ਕੋਈ ਨਹੀਂ ਬੈਠੇ, ਆਪਣਾ ਤਾਂ ਧੰਦਾ ਬੜਾ ਵਧੀਆ ਕੰਮ ਚੱਲਦਾ। ਸਭ ਤੋਂ ਵੱਧ ਪਿੱਟ ਸਿਆਪਾ ਗੁਰਬਾਣੀ ਦੀ ਵਿਚਾਰ ਦਾ ਉਹ ਲੋਕ ਪਾਉਂਦੇ ਨੇ, ਫਿਰ ਗੱਲ ਨੂੰ ਸਮਝਣਾ, ਗੁਰੂ ਸਾਹਿਬ ਦੀ ਬਾਣੀ ਨੂੰ ਬਹੁਤ ਪਿਆਰੇ ਤਰੀਕੇ ਨਾਲ ਸਮਝਣ ਅਤੇ ਵਿਚਾਰਨ ਦੀ ਜ਼ਰੂਰਤ ਹੈ ਸਾਨੂੰ। ਗੁਰਦੇਵ ਮਹਾਰਾਜ ਦੀ ਬਾਣੀ ਇੱਥੇ ਬਹੁਤ ਪਿਆਰਾ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਇਹ ਸ਼ਬਦ ਦਾ ਰਹਾਓ ਵਾਲਾ ਬੰਦ ਹੈ। ਤਾਂ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਸਹਿਸ ਤਵ ਨੈਣ, ਇਹ ਮੇਰੇ ਮਾਲਕ ਜੀ ਸਹਿਸ ਤਵ ਨੈਣ, ਸਰਗੁਣ ਹੋਣ ਕਰਕੇ ਹਜ਼ਾਰਾਂ ਅੱਖਾਂ, ਸਹਿਸ ਦਾ ਅਰਥ ਹੈ ਹਜ਼ਾਰਾਂ, ਸਹਿਸ ਤਵ ਤੁਹਾਡੀਆਂ, ਨੈਣ ਹਜ਼ਾਰਾਂ ਅੱਖਾਂ ਤੁਹਾਡੀਆਂ ਨੇ, ਪਰ ਨਿਰ ਆਕਾਰ ਹੋਣ ਕਰਕੇ, ਨਿਰਗੁਣ ਹੋਣ ਕਰਕੇ ਤੁਹਾਡੀ ਇੱਕ ਵੀ ਅੱਖ ਨਹੀਂ। ਸਹਿਸ ਤਵ ਨੈਣ, ਨਨ ਨੈਣ ਹੈ ਤੋਏ ਕੋ, ਨਨ ਦਾ ਅਰਥ ਹੈ ਨਹੀਂ, ਤੁਹਾਡੀ ਇੱਕ ਵੀ ਅੱਖ ਹੈ ਨਹੀਂ, ਨਿਰਆਕਾਰ ਹੋਣ ਕਰਕੇ ਤੁਹਾਡੀ ਇੱਕ ਵੀ ਅੱਖ ਨਹੀਂ। ਕੋਈ ਇੱਦਾਂ ਬੰਦਾ ਕਵੇ ਆਹ 2 ਅੱਖਾਂ ਰੱਬ ਦੀਆਂ, ਫਿਰ ਤੇ ਅਗਲਾ ਆਪਣੀ ਪੂਜਾ ਨਹੀਂ ਕਰਾਉਣ ਲੱਗ ਪਏਗਾ। ਵੈਸੇ ਸਾਰੀਆਂ ਅੱਖਾਂ ਹੀ ਤੁਹਾਡੀਆਂ ਨੇ। ਕਿਉਂ? ਕਿਉਂਕਿ ਪੈਦਾ ਤੁਸੀਂ ਕੀਤੀਆਂ ਨੇ, ਬਣਾਇਆ ਤੁਸੀਂ ਇਹ ਸਾਰਿਆਂ ਨੂੰ। ਹੁਕਮੀ ਹੋਵਨ ਆਕਾਰ ਹੈ, ਪਰ ਨਾਲ ਕਹਤਾ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਬਸ ਇਸ ਸਬਜੈਕਟ ਨੂੰ ਸਮਝਣਾ ਬੜਾ ਜ਼ਰੂਰੀ ਹੈ। ਬੈਠਾ ਸਾਰਿਆਂ 'ਚ ਹੀ ਹੈ, ਪਰ ਸਾਡੇ ਗੁਨਾਹਾਂ ਦਾ ਇਲਜ਼ਾਮ ਉਹਦੇ ਸਿਰ 'ਤੇ ਨਹੀਂ ਹੈ। ਬਸ ਆਹ ਗੱਲ ਮੈਂ ਬਾਰ-ਬਾਰ ਤਾਂ ਦੁਹਰਾਉਣਾ, ਜਿਵੇਂ ਕਿਸੇ ਦੇਸ਼ ਦਾ ਕਾਨੂੰਨ ਜਿਹੜਾ ਹੁੰਦਾ ਹਰ ਇੱਕ ਵਿਅਕਤੀ 'ਤੇ ਲਾਗੂ ਹੈ, ਪਰ ਉਸ ਕਾਨੂੰਨ ਦੇ ਵਿੱਚ ਜਿਹੜਾ ਬੰਦਾ ਗੁਨਾਹ ਕਰਦਾ ਉਹਦਾ ਜ਼ਿੰਮੇਵਾਰ ਕਾਨੂੰਨ ਥੋੜ੍ਹਾ। ਉਹ ਕਹਿੰਦਾ ਕਰ ਲਾ ਗੁਨਾਹ, ਪਰ ਸਜ਼ਾ ਤੈਨੂੰ ਉਸੇ ਕਾਨੂੰਨ ਤਹਿਤ ਹੀ ਮਿਲੇਗੀ। ਇੱਥੇ ਵੀ ਪਾਤਸ਼ਾਹ ਇਹਦੀ ਸਮਝਾਉਂਦੇ ਨੇ, ਹੁਕਮੀ ਹੋਵਨ ਆਕਾਰ, ਪਰ ਨਾਲ ਕਹਿੰਦਾ ਹੁਕਮ ਨਾ ਕਹਿਆ ਜਾਏ। ਇੱਥੇ ਕਹਿੰਦੇ ਨੇ ਸਹਿਸ ਤਵ ਨੈਣ, ਹਜ਼ਾਰਾਂ ਅੱਖਾਂ ਉਹਦੀਆਂ ਨੇ। ਹੁਣ ਨਾ ਨੈਣ ਹੈ ਤੋਏ ਕੋ, ਉਹਦੀ ਇੱਕ ਵੀ ਅੱਖ ਨਹੀਂ, ਫਿਰ ਆਰਤੀ ਕਿਹਦੀ ਕਰਨੀ ਹੈ? ਆਰਤੀ ਤੂੰ ਆਕਾਰ ਬਣਾ ਕੇ ਕਰੇਂਗਾ ਨਾ, ਵੀ ਆਹ ਉਹਦੀਆਂ ਅੱਖਾਂ ਨੇ, ਆਹ ਉਹਦਾ ਨੱਕ ਹੈ, ਆਹ ਉਹਦਾ ਪੈਰ ਹੈ, ਇੱਦਾਂ ਮੈਂ ਥਾਲ ਘੁਮਾਵਾਂਗਾ, ਆਹ ਸਾਹਮਣੇ ਤਾਂ ਸਥਾਪਿਤ ਕਰ ਲਿਆ। ਜਦੋਂ ਕਹਿਤਾ ਉਹਦਾ ਆਕਾਰ ਹੀ ਨਹੀਂ ਹੈ, ਉਹ ਤੇ ਨਿਰ ਆਕਾਰ ਹੈ, ਫਿਰ ਤੂੰ ਆਰਤੀ ਕਿਹਦੀ ਕਰਨੀ ਹੈ? ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ, ਹਜ਼ਾਰਾਂ ਮੂਰਤ ਮੀਨਿੰਗ ਸ਼ਕਲ, ਹਜ਼ਾਰਾਂ ਸ਼ਕਲਾਂ ਉਹਦੀਆਂ ਨੇ। ਮੂਰਤ ਹਜ਼ਾਰਾਂ ਸ਼ਕਲਾਂ ਜਿੰਨੀਆਂ ਦਿਸ ਰਹੀਆਂ ਉਹਦੀਆਂ ਨੇ। ਵੇਖ ਮਾਂ 'ਚੋਂ ਧੀ 'ਚੋਂ ਵੇਖ, ਜਿੱਦਣ ਧੀ 'ਚੋਂ ਦਿਸ ਪਿਆ, ਡਾਕਟਰ ਨੂੰ ਪੈਸੇ ਦੇ ਕੇ ਧੀ ਮਰਵਾਏਗਾ? ਜਨਮ ਤੋਂ ਪਹਿਲਾਂ ਬੱਚੀ ਦੇ ਕਤਲ ਹੋਣਗੇ? ਰੋਜ਼ ਇੱਕ ਅੱਧੀ ਖਬਰ ਇੱਦਾਂ ਦੀ ਮਿਲਦੀ ਹੈ, ਕਿਤੇ ਨਹਿਰ 'ਚ ਸੁੱਟ ਜਾਂਦਾ ਹੈ ਕੋਈ, ਕਿਤੇ ਕੂੜੇਦਾਨ 'ਚ, ਕੋਈ ਡਸਟਬਿਨ 'ਚ ਬੱਚੀ ਨੂੰ ਸੁੱਟ ਜਾਂਦਾ ਹੈ। ਕਿੰਨੀਆਂ ਘਟਨਾਵਾਂ ਰੋਜ਼ ਵਾਪਰਦੀਆਂ ਨੇ। ਪੁੱਤਰਾਂ ਦੀ ਪ੍ਰਾਪਤੀ ਵਾਸਤੇ ਕਿੱਥੇ ਕਿੱਥੇ ਲੋਕ ਧੱਕੇ ਖਾਂਦੇ ਪਏ ਨੇ। ਪਿੱਛੇ ਜੇ ਇੱਕ ਬਾਬਾ ਨਹੀਂ ਸੀ ਫੜਿਆ ਜਿਹਨੇ ਇੱਕ ਡਾਕਟਰ ਦੇ ਅੱਖਾਂ 'ਚ ਤੇਜ਼ਾਬ ਪਾਤਾ ਸੀ? ਪੁੱਤਰਾਂ ਦੀ ਪ੍ਰਾਪਤੀ ਵਾਸਤੇ ਕਿੰਨੀਆਂ ਧੀਆਂ ਉਸ ਡਾਕਟਰ ਕੋਲੋਂ ਮਰਵਾਈਆਂ ਸੀ। ਉਸੇ ਡਾਕਟਰ ਦੀ ਜ਼ਮੀਰ ਜਾਗੀ ਅਤੇ ਉਹਨੇ ਉਹਦੀਆਂ ਅੱਖਾਂ 'ਚ ਹੀ ਤੇਜ਼ਾਬ ਪਵਾਤਾ। ਪਰ ਉਹੋ ਜਿਹੇ ਗੱਲ ਤਾਂ ਫਿਰ ਉੱਥੇ ਆਉਂਦੀ ਹੈ ਵੀ ਉਹ ਸਾਧ ਫਿਰ ਲੋਕਾਂ ਵਿੱਚ ਤੁਰੇ ਫਿਰਦੇ ਨੇ। ਉਹਨਾਂ ਨਾਲੋਂ ਵੱਧ ਕਸੂਰ ਉਹਨਾਂ ਦਾ, ਜਿਹੜੀਆਂ ਬੀਬੀਆਂ
ਪਰਿਵਾਰਾਂ ਦੇ ਪਰਿਵਾਰ ਫਿਰ ਦੇਹਧਾਰੀ ਬਾਬਿਆਂ ਕੋਲ ਇਹ ਜਾ ਕੇ ਨੇ, ਬਾਬਾ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਪੁੱਤਰ ਦੀ ਪ੍ਰਾਪਤੀ ਹੋਈ ਹੈ, ਤੁਸੀਂ ਅਰਦਾਸ ਕੀਤੀ ਸੀ, ਬਸ ਇੱਦਾਂ। ਹੁਣ ਪਾਤਸ਼ਾਹ ਇੱਥੇ ਕਿੰਨੇ ਪਿਆਰੇ ਸ਼ਬਦ, ਸਹਿਸ ਦਾ ਅਰਥ ਹੈ ਹਜ਼ਾਰਾਂ, ਸਹਿਸ ਮੂਰਤ, ਹਜ਼ਾਰਾਂ ਮੂਰਤਾਂ, ਹਜ਼ਾਰਾਂ ਸ਼ਕਲਾਂ ਉਹਦੀਆਂ ਨੇ। ਨਨ ਏਕ ਤੋਂ ਹੀ, ਤੁਹਾਡੀ ਇੱਕ ਵੀ ਸ਼ਕਲ ਨਹੀਂ। ਸਰਗੁਣ ਹੋਣ ਕਰਕੇ ਸਾਰੀਆਂ ਸ਼ਕਲਾਂ ਤੁਹਾਡੀਆਂ ਨੇ, ਨਿਰਗੁਣ ਹੋਣ ਕਰਕੇ ਤੁਹਾਡੀ ਇੱਕ ਵੀ ਸ਼ਕਲ ਨਹੀਂ। ਕਿਉਂਕਿ ਦੋ ਰੂਪ ਨੇ ਨਾ, ਨਿਰਗੁਣ ਸਰਗੁਣ, ਦੋ ਰੂਪ ਨੇ ਉਸ ਮਾਲਕ ਦੇ। ਨਿਰਗੁਣ ਦੇ ਰੂਪ 'ਚ ਸਾਨੂੰ ਦਿਸਦਾ ਨਹੀਂ, ਸਰਗੁਣ ਦੇ ਰੂਪ 'ਚ ਸਾਰੇ ਬੰਨੇ ਦਿਸ ਰਹੇ। ਜਦੋਂ ਦਿਸ ਪਿਆ, ਆਪਾਂ ਨੂੰ ਮਹਿਸੂਸ ਹੋ ਗਿਆ, ਫਿਰ ਕੋਈ ਬੰਦਾ ਗੁਨਾਹ ਕਰੇਗਾ, ਹੱਕ ਮਾਰੇਗਾ। ਸਹਿਸ ਮੂਰਤ ਨਨਾ ਏਕ ਤੋਂ ਹੀ, ਉਹਦੀ ਇੱਕ ਵੀ ਸ਼ਕਲ ਨਹੀਂ। ਜਦੋਂ ਉਹਦੀ ਸ਼ਕਲ ਹੀ ਨਹੀਂ, ਫਿਰ ਆਰਤੀ ਕਿਹਦੀ ਕਰੇਗਾ? ਨਾਲ ਰਹਾਉ ਦਾ ਬੰਦ ਚੇਤਾ ਰੱਖਿਓ, ਕੈਸੀ ਆਰਤੀ ਹੋਏ ਭਵਖੰਡ ਨਾ ਤੇਰੀ ਆਰਤੀ। ਉਹਦੀ ਆਰਤੀ ਆਪਣੇ ਆਪ 'ਚ ਹੋ ਰਹੀ ਹੈ। ਤਾਂ ਅੱਗੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਹਿਸ ਪਦ, ਪਦ ਮੀਨਿੰਗ ਪੈਰ, ਬਿਮਲ, ਬਿਮਲ ਦਾ ਅਰਥ ਹੈ ਸਾਫ, ਮੈਲ ਤੋਂ ਰਹਿਤ। ਹਜ਼ਾਰਾਂ ਪੈਰ ਉਹਦੇ ਨੇ, ਹਜ਼ਾਰਾਂ ਪੈਰ ਉਹਦੇ ਨੇ। ਹੁਣ ਜਦੋਂ ਆਹ ਗੱਲ ਸਮਝ ਆ ਗਈ, ਫਿਰ ਕਿਸੇ ਵਿਸ਼ੇਸ਼ ਬਾਬੇ ਦੇ ਪੈਰ ਆਪਣੇ ਘਰ ਪਾਏਗਾ ਵੀ ਬਾਬਾ ਜੀ ਤੁਹਾਡੇ ਪੈਰ ਬੜੇ ਪਵਿੱਤਰ ਨੇ, ਪਿਓ ਦੇ ਪੈਰਾਂ ਵੱਲ ਵੇਖ ਕੇ ਤੈਨੂੰ ਗੁੱਸਾ ਚੜ੍ਹਦਾ, ਘਰਦਿਆਂ ਦੇ ਪੈਰ ਵੇਖ ਕੇ ਤੈਨੂੰ ਮਤਲਬ ਜਿਹੜੀ ਨਫ਼ਰਤ ਹੁੰਦੀ ਹੈ। ਅਤੇ ਦੇਹਧਾਰੀਆਂ ਬਾਬਿਆਂ ਦੇ ਪੈਰ ਆਪਣੇ ਘਰ ਪਵਾ ਕੇ ਤੁਸੀਂ ਵੇਖੋ ਨਾ, ਕਾਮ ਬੰਦੇ ਕਰੋਗੇ ਕਿਤੇ ਚਰਨ ਪਾ ਦਿਓ ਜੀ ਸਾਡੇ ਘਰ। ਇਹ ਕੌਣ ਲੋਕ ਨੇ ਜਿਹੜੇ ਦੇਹਾਂ ਦੀ ਪੂਜਾ ਕਰਨੀ ਜਾਣਦੇ ਆ, ਜਿਹੜੇ ਸਰੀਰਾਂ ਦੇ ਪਿੱਛੇ ਇੱਦਾਂ ਭੱਜਦੇ ਨੇ, ਜਿਹਨੂੰ ਅਜੇ ਤੱਕ ਇਹ ਨਹੀਂ ਸਮਝ ਲੱਗੀ। ਬਾਣੀ ਸਾਨੂੰ ਇੰਝ ਸਮਝਾਉਂਦੀ ਹੈ ਕਿ ਉਹ ਸਰਬ ਵਿਆਪਕ ਹੈ ਭਾਈ। ਕਹਿਣ ਲੱਗੇ ਸਹਿਸ ਪਦ ਬਿਮਲ ਨਨ ਏਕ ਪੰਦ, ਕਹਿੰਦੇ ਸਰਗੁਣ ਹੋਣ ਕਰਕੇ ਸਾਰੇ ਪੈਰ ਹੀ ਉਹਦੇ ਨੇ, ਅਤੇ ਨਿਰਗੁਣ ਹੋਣ ਕਰਕੇ ਉਹਦਾ ਇੱਕ ਵੀ ਪੈਰ ਨਹੀਂ। ਹੁਣ ਜਿਹਦਾ ਪੈਰ ਹੀ ਹੈ ਨਹੀਂ, ਉਹ ਨਿਰਕਾਰ ਹੈ, ਹੁਣ ਉਹਦੀ ਆਰਤੀ ਕਿੱਦਾਂ ਕਰੇਗਾ? ਫਾਲ ਕਿੱਦਾਂ ਘੁਮਾਏਗਾ ਉਹਦੇ ਗਾੜੀ? ਪਾਤਸ਼ਾਹ ਕਹਿੰਦੇ ਨੇ ਸਹਿਸ ਪਦ ਬਿਮਲ ਨਨ ਏਕ ਪਦ, ਉਹਦਾ ਇੱਕ ਵੀ ਪੈਰ ਨਹੀਂ, ਸਰਗੁਣ ਹੋਣ ਕਰਕੇ ਸਾਰੇ ਪੈਰ ਉਹਦੇ ਨੇ। ਗੰਧ ਬਿਨ, ਗੰਧ ਮੀਨਿੰਗ ਨੱਕ, ਕਹਿਣ ਲੱਗੇ ਹਜ਼ਾਰਾਂ ਨੱਕ ਉਹਦੇ ਨੇ, ਸਰਗੁਣ ਹੋਣ ਕਰਕੇ, ਨਿਰਗੁਣ ਹੋਣ ਕਰਕੇ ਉਹਦਾ ਇੱਕ ਵੀ ਨੱਕ ਨਹੀਂ। ਗੰਧ ਬਿਨ ਸਹਿਸ ਤਵ ਗੰਧ, ਗੰਧ ਮੀਨਿੰਗ ਨੱਕ, ਹਜ਼ਾਰਾਂ ਨੱਕ ਉਹਦੇ ਨੇ, ਉਹਦਾ ਇੱਕ ਵੀ ਨੱਕ ਨਹੀਂ। ਜਦੋਂ ਉਹਦਾ ਨੱਕ ਵੀ ਇੱਕ ਨਹੀਂ, ਜਦੋਂ ਉਹਦੇ ਪੈਰ ਵੀ ਇੱਕ ਨਹੀਂ, ਜਦੋਂ ਉਹਦੀ ਸ਼ਕਲ ਵੀ ਇੱਕ ਨਹੀਂ, ਇੱਦਾਂ ਤੂੰ ਇੱਕ ਨਹੀਂ ਸਥਾਪਿਤ ਕਰ ਸਕਦਾ। ਹੁਣ ਇਹ ਸਵਾਲ ਪੈਦਾ ਹੁੰਦਾ, ਫਿਰ ਆਰਤੀ ਕਿਹਦੀ ਕਰੇਗਾ? ਪਾਤਸ਼ਾਹ ਕਹਿੰਦੇ ਨੇ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ, ਇਹ ਤੇ ਉਹਦਾ ਕੌਤਕ ਹੈ, ਉਹ ਤੇ ਸਰਵ ਵਿਆਪਕ ਹੈ, ਸਾਡੇ ਵਿੱਚ ਬੈਠਾ। ਇਸ ਨੁਕਤੇ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਗੱਲ ਮੈਂ ਪਿੱਛੇ ਜਪ ਬਾਣੀ ਵਿੱਚ ਵੀ, ਸੋਦਰ ਅਤੇ ਸੋਪੁਰਖ ਬਾਣੀ ਵਿੱਚ ਵੀ ਬਾਰ-ਬਾਰ ਦੁਹਰਾਉਂਦਾ ਆਇਆ ਕਿ ਜਿਹੜੇ ਲੋਕ ਬਾਣੀ ਦੀ ਵਿਚਾਰ ਤੋਂ ਮੁਨਕਰ ਨੇ, ਉਹ ਇੱਦਾਂ ਦੀਆਂ ਗੱਲਾਂ ਕਰ, ਵਿੱਚ ਬੈਠਾ ਤਾਂ ਰੋਕਦਾ ਕਿਉਂ ਨਹੀਂ? ਇਹ ਤਾਂ ਫਿਰ ਮੈਂ ਬਾਰ-ਬਾਰ ਇਹ ਗੱਲ ਮੈਨੂੰ ਦੁਹਰਾਉਣੀ ਪੈਂਦੀ ਹੈ ਤਾਂ ਗੱਲ ਸਮਝ ਆ ਜਾਏ ਵੀ ਜੇ ਏਡੇ ਵਧੀਆ ਦੇਸ਼ ਦੇ, ਕਿਸੇ ਦੇਸ਼ ਦਾ ਕਾਨੂੰਨ ਏਡਾ ਕਮਾਲ ਦਾ, ਉੱਥੇ ਤਾਂ ਕ੍ਰਾਈਮ ਹੋਣਾ ਹੀ ਨਹੀਂ ਚਾਹੀਦਾ। ਦੇਸ਼ ਦਾ ਕਾਨੂੰਨ ਹੀ ਵਧੀਆ ਹੈ ਨਾ, ਬੰਦੇ ਦਾ ਸੁਭਾਅ ਥੋੜ੍ਹਾ ਵਧੀਆ ਹੈ, ਸੁਭਾਅ ਤੇ ਉਹੀ ਢੀਠ ਚੱਕੀ ਫਿਰਦਾ ਅੰਦਰ। ਦੇਸ਼ ਦਾ ਕਾਨੂੰਨ ਬੰਦੇ ਦੇ ਸੁਭਾਅ ਨੂੰ ਕਿੱਦਾਂ ਬਦਲ ਦੂ? ਉਹ ਤਾਂ ਉਨੀ ਦੇਰ ਜਦੋਂ ਤੱਕ ਬੱਧਾ ਚਿੱਟੀ ਹੁੰਦਾ, ਡਰਦਾ ਉਹ ਕਾਨੂੰਨ ਦੀ ਪਾਲਣਾ ਕਰਦਾ ਹੈ। ਪਰ ਫਿਰ ਵੀ ਕ੍ਰਾਈਮ, ਬੇਈਮਾਨੀਆਂ, ਠੱਗੀਆਂ ਉੱਦਾਂ ਹੀ ਚੱਲੀ ਜਾਂਦੀਆਂ ਨੇ, ਉੱਦਾਂ ਹੀ ਚੋਰੀਆਂ ਨੇ, ਉੱਦਾਂ ਹੀ ਸਭ ਕੁਝ ਵਾਪਰਦਾ। ਹੁਣ ਮੇਰਾ ਸਵਾਲ ਹੁੰਦਾ ਵੀ ਏਡੇ ਵਧੀਆ ਕਾਨੂੰਨ ਵਿੱਚ, ਏਡੇ ਵਧੀਆ ਦੇਸ਼ ਵਿੱਚ, ਜਿੱਥੇ ਦੇਸ਼ ਏਡਾ ਕਮਾਲਦਾ ਹੈ, ਕਿ ਉੱਥੇ ਚੋਰੀ ਹੈ ਨਹੀਂ, ਠੱਗੀ ਹੈ ਨਹੀਂ, ਬੇਈਮਾਨੀ ਹੈ ਨਹੀਂ, ਲੋਕ ਗੁਨਾਹ ਨਹੀਂ ਕਰਦੇ, ਘਰਾਂ 'ਚ ਲੜਾਈ ਕਲੇ ਹੁੰਦੇ ਨੇ। ਹੁਣ ਕਾਨੂੰਨ ਦਾ ਇਹ 'ਚ ਕੀ ਕਸੂਰ ਹੈ? ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕੋ ਸੀ। ਕਾਨੂੰਨ ਕਹਿੰਦਾ ਕਰ ਲਾ ਗੁਨਾਹ, ਮੈਂ ਤੈਨੂੰ ਸਜ਼ਾ ਵੀ ਦੇਵਾਂਗਾ। ਇੱਦਾਂ ਹੀ ਉਹ ਪਰਮੇਸ਼ਰ ਦੀ ਵਿਚਾਰ ਸਾਡੇ ਅੰਦਰ ਬੈਠੀ ਹੈ। ਜਦੋਂ ਮੈਂ ਉਸ ਪਰਮੇਸ਼ਰ ਦੀ ਵਿਚਾਰ ਦਾ ਪ੍ਰਭਾਵ ਕਬੂਲਣਾ ਹੀ ਨਹੀਂ, ਜਦੋਂ ਮੈਂ ਗਲਤੀ ਆਪਣੇ ਮੁਤਾਬਕ ਕਰਨੀ, ਜਦੋਂ ਕਿਉਂਕਿ ਕਿਰਤ ਮੈਨੂੰ ਸੁਭਾਅ ਹੈ, ਉਹ ਬੰਦੇ ਨੂੰ ਧੱਕਦਾ ਹੈ ਅੰਦਰੋਂ, ਅਤੇ ਬੰਦਾ ਫਿਰ ਉਸ ਕਿਰਤ ਸੁਭਾਅ ਦੇ ਮੁਤਾਬਕ ਗੁਨਾਹ ਕਰਦਾ, ਗਲਤ ਕੰਮ ਕਰਦਾ। ਸਜ਼ਾ ਦੱਦੇ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਤੋ ਪਾਤਸ਼ਾਹ ਕਹਿੰਦੇ ਨੇ ਸਹਿਸ ਪਦ ਬਿਮਲ, ਹਜ਼ਾਰਾਂ ਪੈਰ ਉਸਦੇ ਨੇ, ਉਹਦਾ ਇੱਕ ਵੀ ਪੈਰ ਨਹੀਂ, ਨਿਰਗੁਣ ਹੋਣ ਕਰਕੇ। ਗੰਧ ਬਿਨ ਸਹਿਸ ਤਵ ਗੰਧ, ਹਜ਼ਾਰਾਂ ਨੱਕ ਉਹਦੇ ਨੇ, ਉਹਦਾ ਇੱਕ ਵੀ ਨੱਕ ਨਹੀਂ, ਸਰਗੁਣ ਹੋਣ ਕਰਕੇ ਸਾਰੇ ਨੱਕ ਉਹਦੇ ਨੇ, ਨਿਰਗੁਣ ਹੋਣ ਕਰਕੇ ਉਹਦਾ ਇੱਕ ਵੀ ਨੱਕ ਨਹੀਂ। ਇਵ ਚਲਤ ਮੋਹੀ,
ਕਹਿੰਦੇ ਇਹ ਉਹਦਾ ਬੜਾ ਪਿਆਰਾ ਕੌਤਕ ਹੈ। ਅੱਗੇ ਪਾਤਸ਼ਾਹ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ, ਉਹਦੀ ਤੇ ਸਾਰਿਆਂ ਵਿੱਚ ਜੋਤ ਹੈ। ਜੋਤ ਮੈਨੂੰ ਕੀ ਹੈ? ਉਹਦੀ ਜੀਵਨ ਸਤਾ, ਉਹਦੀ ਹੋਂਦ ਸਾਰਿਆਂ ਵਿੱਚ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਫਿਰ ਸਵਾਲ ਪੈਦਾ ਹੋ ਗਿਆ, ਜੇ ਸਾਰਿਆਂ 'ਚ ਉਹਦੀ ਜੋਤ ਹੈ, ਸਾਰਿਆਂ ਵਿੱਚ ਹੈਗਾ, ਫਿਰ ਦਿਸਦਾ ਕਿਉਂ ਨਹੀਂ? ਕਹਿੰਦੇ ਪਤਾ ਕਿਉਂ ਨਹੀਂ ਦਿਸਦਾ? ਕਿਉਂਕਿ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਹੋਣਾ ਸੀ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨਾਲ ਉਹ ਜੋਤ ਪ੍ਰਗਟ ਹੋਣੀ ਸੀ। ਸੌਖੀ ਜਿਹੀ ਉਦਾਹਰਨ ਸਮਝਿਓ, ਪੁਰਾਣੇ ਸਮੇਂ 'ਚ ਲਾਂਟਣਾ ਹੁੰਦੀਆਂ ਸੀ ਘਰਾਂ 'ਚ। ਜਦੋਂ ਸ਼ਾਮਾਂ ਪੈਣੀਆਂ ਤੇ ਘਰ 'ਚ ਦਾਦੀ ਨੇ, ਪਰਿਵਾਰ ਦੇ ਜੀਅ ਨੇ ਮਾਤਾ ਨੂੰ ਕਹਿਣਾ ਵੀ ਲਾਂਟਣ ਜਗਾਉਣ ਤੋਂ ਪਹਿਲਾਂ ਇਹਦੀ ਚਿਮਣੀ ਸਾਫ਼ ਕਰ ਲਓ, ਇਹਦਾ ਸੀਸਾ ਸਾਫ਼ ਕਰ ਲਓ। ਕਾਹਦੇ ਲਈ ਭਲਾ? ਵੀ ਜੇ ਤੁਸੀਂ ਨਾ ਸਾਫ਼ ਕੀਤੀ ਤੇ ਅੰਦਰ ਦਾ ਚੰਨ ਬਾਹਰ ਨਹੀਂ ਆਏਗਾ। ਹੁਣ ਅੰਦਰ ਲਾਈਟ ਹੋਈ ਜਾਣੀ ਆ, ਪਰ ਜੇ ਸੀਸਾ ਸਾਫ਼ ਨਾ ਹੋਇਆ ਤੇ ਬਾਹਰ ਦਿਖਾਈ ਨਹੀਂ ਦੇਣੀ। ਇੱਦਾਂ ਹੀ ਪ੍ਰਮਾਤਮਾ ਦੀ ਜੋਤ, ਉਹਦੀ ਜੀਵਨ ਸੱਤਾ ਹਰ ਇੱਕ ਵਿੱਚ ਕੰਮ ਕਰ ਰਹੀ ਹੈ, ਪਰ ਮਤ ਦਾ, ਮਨ ਦਾ ਸੀਸਾ ਕਾਲਾ ਹੋ ਗਿਆ। ਇਸ ਮਨ ਕੋ ਜਨਮ ਜਨਮ ਕੀ ਮਾੜ ਲਾਗੀ, ਕਾਲਾ ਹੁਆ। ਜਦੋਂ ਗੁਰੂ ਦੇ ਸ਼ਬਦ ਦਾ ਕੱਪੜਾ ਲੈ ਕੇ ਇਹਨੂੰ ਸਾਫ਼ ਕੀਤਾ, ਫਿਰ ਦਿਸ ਪਵੇਗਾ ਨਾ। ਗੁਰਸਾਖੀ ਜੋਤ, ਗੁਰੂ ਦੀ ਸਿੱਖਿਆ ਨਾਲ ਜੋਤ ਪ੍ਰਗਟ ਹੋਏ, ਫਿਰ ਦਿਸ ਪਵੇਗੀ, ਫਿਰ ਥੋੜ੍ਹਾ ਕੋਈ ਗੁਨਾਹ ਕਰੇਗਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਉਹਦਾ ਹੀ ਚਾਨਣ ਹੈ। ਸਭ ਮੈਂ ਚਾਨਣ ਹੋਏ, ਸਾਰਿਆਂ ਵਿੱਚ ਉਹਦੀ ਜੀਵਨ ਸੱਤਾ ਚੱਲ ਰਹੀ ਹੈ। ਚਾਨਣ ਦਾ ਅਰਥ ਕੀ ਹੈ? ਸਾਰਿਆਂ ਵਿੱਚ ਉਹਦੀ ਹੋਂਦ ਬਰਕਰਾਰ ਹੈ। ਤੋ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਦੁਆਰਾ। ਹੁਣ ਸਿੱਖਿਆ ਸੁਣਨ ਨੂੰ ਤਿਆਰ ਨਹੀਂ ਅਸੀਂ ਤਾਂ ਪੂਜਾ ਵਾਲੇ ਬੰਨੇ ਤੁਰ ਪਏ। ਗੁਰਸਾਖੀ ਜੋਤ ਪ੍ਰਗਟ ਹੋਏ। ਅੱਗੇ ਆਹ ਹੈ ਮੇਨ ਨੁਕਤਾ, ਜੋ ਤਿਸ ਭਾਵੈ ਸੋ ਆਰਤੀ ਹੋਏ। ਆ ਤੀਜੇ ਬੰਦ ਨੂੰ ਧਿਆਨ ਨਾਲ ਪੜ੍ਹਿਓ। ਜੋ ਤਿਸ ਭਾਵੈ ਸੋ ਆਰ, ਹੇ ਮਾਲਕ ਜੀ, ਜੋ ਤੁਹਾਨੂੰ ਭਾਉਂਦਾ ਹੈ ਉਹ ਮੈਨੂੰ ਭਾ ਜਾਏ, ਮੈਂ ਤੁਹਾਡੇ ਹੁਕਮ 'ਚ ਤੁਰ ਲੱਗ ਪਵਾਂ, ਸੋ ਆਰਤੀ ਹੋਏ। ਇਹੋ ਹੀ ਤੁਹਾਡੀ ਆਰਤੀ ਹੈ। ਹੁਣ ਆਹ ਆਰਤੀ ਕਰਨ ਨੂੰ ਤਿਆਰ ਨਹੀਂ ਆ। ਪਰਮੇਸ਼ਰ ਵੱਲ ਦੇ ਹੁਕਮ ਮੁਤਾਬਕ ਧੀ ਆ ਰਹੀ ਹੈ, ਇਹ ਉਹਦਾ ਹੁਕਮ ਮੰਨਣ ਨੂੰ ਤਿਆਰ ਨਹੀਂ ਆ। ਥਾਲ ਘਮਾਉਣ ਵਾਲੀਆਂ ਆਰਤੀਆਂ ਨੂੰ ਅਸੀਂ ਸਾਰੇ ਕਾਲੇ ਪਏ ਹਾਂ। ਜੋ ਉਹਦੀ ਰਜਾ ਮੰਨਣ ਨੂੰ ਅਸੀਂ ਤਿਆਰ ਨਹੀਂ ਹੈ, ਹੁਕਮ 'ਚ ਤੁਰਨ ਨੂੰ ਤਿਆਰ ਨਹੀਂ ਹੈ। ਇਹ ਅਸਲੀ ਆਰਤੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਤੋ ਪਾਤਸ਼ਾਹ ਚੌਥੇ ਬੰਦ 'ਚ ਕਹਿੰਦੇ ਨੇ, ਹਰ ਚਰਨ ਕਵਲ ਮੁਕਰੰਦ, ਹੇ ਮੇਰੇ ਮਾਲਕ ਜੀ, ਤੁਹਾਡੇ ਚਰਨ ਕਮਲ। ਤੇ ਚਰਨ ਕੀ ਹੈ ਭਲਾ? ਹਿਰਦੇ ਸ਼ਬਦ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ। ਗੁਰੂ ਦਾ ਸ਼ਬਦ ਹੀ ਗੁਰੂ ਪਰਮੇਸ਼ਰ ਦੇ ਚਰਨ ਨੇ। ਹਰ ਚਰਨ ਕਵਲ ਮਕਰੰਦ, ਹੇ ਮੇਰੇ ਮਾਲਕ ਜੀ, ਤੁਹਾਡੇ ਚਰਨ ਕਮਲ ਮੇਰੇ ਵਾਸਤੇ, ਜਿਹਦੇ ਦੇ ਉੱਤੇ ਬੈਠ ਕੇ ਮੈਂ ਮੇਰੇ ਮਨ ਰੂਪੀ ਭੌਰੇ ਨੇ ਰਸ ਚੂਸਣਾ ਹੈ। ਹਰ ਚਰਨ ਕਮਲ ਮਕਰੰਦ। ਅੱਗੇ ਪਿਆਰੇ ਬਖਸ਼ਿਸ਼ ਕਰਦੇ ਨੇ, ਲੋਭਤ ਮਨੋ, ਮੇਰਾ ਮਨ ਲੁਭਾਇਮਾਨ ਹੈ, ਮੇਰਾ ਮਨ ਲਲਚਾਉਂਦਾ ਹੈ, ਮੇਰਾ ਮਨ ਭੌਰਾ ਬਣ ਗਿਆ ਹੈ। ਅਤੇ ਤੁਹਾਡਾ ਜਿਹੜਾ, ਤੁਹਾਡੇ ਚਰਨ ਕਮਲ ਨੇ, ਤੁਹਾਡੀ ਸਿੱਖਿਆ ਰੂਪੀ, ਸ਼ਬਦ ਰੂਪੀ ਚਰਨ ਕਮਲ ਨੇ, ਇਹ ਉਹ ਮੁਕਰੰਦ ਹੈ ਜਿੱਥੇ ਮੇਰਾ ਮਨ ਬੈਠ ਕੇ ਰਸ ਚੂਸਦਾ। ਅੰਨ ਦਿਨੋਂ, ਦਿਨ ਤੇ ਰਾਤ ਮੋਹੇ ਆਹੀ ਪਿਆਸਾ, ਮੈਨੂੰ ਦਿਨ ਰਾਤ ਤੁਹਾਡੀ ਪਿਆਸ ਹੈ। ਇਹ ਪਿਆਸ ਬੁੱਝਦੀ ਨਹੀਂ। ਪਾਣੀ ਪੀ ਲਈਏ ਪਿਆਸ ਬੁੱਝ ਜਾਂਦੀ ਨਾ। ਤੁਸੀਂ ਭੁੱਖ ਲੱਗੀ ਹੋਵੇ, ਰੋਟੀ ਖਾ ਲਓ, ਭੁੱਖ ਮਿਟ ਜਾਂਦੀ ਹੈ ਨਾ। ਇਹ ਉਲਟਾ ਕੰਮ ਹੈ ਇੱਥੇ ਜਿੰਨਾ ਪੀ ਜਾਓਗੇ ਉਨੀ ਪਿਆਸ ਹੋਰ ਵਧੀ ਜਾਣੀ ਹੈ। ਜਿੰਨਾ ਖਾਈ ਜਾਓਗੇ ਸੱਚ ਦਾ ਭੋਜਨ, ਉਨੀ ਭੁੱਖ ਹੋਰ ਵਧੀ ਜਾਣੀ ਹੈ। ਤਾਂ ਪਾਤਸ਼ਾਹ ਅਖੀਰ ਵਿੱਚ ਕਹਿੰਦੇ ਨੇ, ਕਿਰਪਾ ਜਲ ਦੇ ਨਾਨਕ ਸਾਰੰਗ ਕਹੋ, ਆਪਣੀ ਕਿਰਪਾ ਦਾ ਜਲ ਦਿਓ ਨਾਨਕ ਬਬੀਹੇ ਨੂੰ, ਨਾਨਕ ਸਾਰੰਗ ਕਹੋ। ਇਹਦਾ ਕੀ ਫਾਇਦਾ ਹੋਏਗਾ? ਹੋਏ ਜਾਂ ਤੇ ਤੇਰੇ ਨਾਏ ਵਾਸਾ, ਜਿਹਦੇ ਨਾਲ ਤੁਹਾਡੇ ਨਾਮ ਵਿੱਚ ਮੇਰਾ ਵਾਸਾ ਹੋ ਸਕੇ, ਮੈਂ ਤੁਹਾਡੇ ਵਿੱਚ ਇੱਕਮਿਕ ਹੋ ਸਕਾਂ, ਤੁਹਾਡੇ ਵਿੱਚ ਮੈਂ ਅਭੇਦ ਹੋ ਸਕਾਂ। ਜਾਂ ਤੇ ਹੋਏ ਤੇਰਾ ਨਾਏ ਵਾਸਾ, ਤੁਹਾਡੇ ਨਾਮ ਵਿੱਚ, ਨਾਮ ਕੀ ਹੈ? ਸੱਚ, ਤੁਹਾਡੀ ਰਜਾ ਵਿੱਚ ਤੁਰ ਸਕਾਂ। ਹੁਣ ਇਹ ਸ਼ਬਦ ਵੀ ਤੁਸੀਂ ਧਿਆਨ ਨਾਲ ਸਮਝਿਓ ਵੀ ਇਹ ਉਹ ਸ਼ਬਦ ਹੈ ਜਿਹੜਾ ਅਸੀਂ ਰੋਜ਼ਾਨਾ ਆਪਣੇ ਘਰਾਂ ਵਿੱਚ ਬੈਠ ਕੇ ਪੜ੍ਹਦੇ ਹਾਂ। ਹੁਣ ਇਹ ਸ਼ਬਦ ਪੜ੍ਹੇ ਜਾਂਦੇ ਨੇ, ਗਗਨ ਮੈਂ ਥੌਲ। ਹੁਣ ਜਿਹੜੀ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਵੀ ਉਹਦੀ ਆਰਤੀ ਤੇ ਆਪਣੇ ਆਪ 'ਚ ਹੋ ਰਹੀ ਹੈ, ਅਸੀਂ ਉਹਨਾਂ ਸ਼ਬਦਾਂ ਦੀਆਂ ਥਾਲ ਘੁਮਾ ਕੇ ਆਰਤੀਆਂ ਕਰ ਰਹੇ ਹਾਂ। ਤਾਂ ਫਿਰ ਦੁਬਾਰਾ ਬੇਨਤੀ ਕਰ ਦੇਵਾਂ, ਆਰਤੀਆਂ ਕਰਨੀਆਂ, ਦੀਵੇ ਜਗਾਉਣੇ, ਇਹ ਤਰ੍ਹਾਂ ਦੇ ਕਰਮਕਾਂਡ ਕਰਨੇ, ਇਹ ਮਨਮਤ ਹੈ। ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖ ਲਓ। ਠੀਕ ਹੈ, ਕਈ ਕਹਿੰਦੇ ਉਹ 'ਚ ਕਮੀਆਂ ਨੇ, ਕੋਈ ਪੇਸ਼, ਠੀਕ ਹੈ, ਆਉਣ ਵਾਲੇ ਸਮੇਂ 'ਚ ਸੋਧੀਆਂ ਜਾ ਸਕਦੀਆਂ, ਪਰ ਬਹੁਤ ਸੋਹਣੇ ਤਰੀਕੇ ਨਾਲ ਵਿਚਾਰਵਾਨਾਂ ਨੇ ਜਿਹੜੀ ਉਹ ਸਿੱਖ ਰਹਿਤ ਮਰਿਆਦਾ ਬਣਾਈ ਹੈ, ਸਾਨੂੰ ਕਾਫੀ ਹੱਦ ਤੱਕ ਕਰਮਕਾਂਡਾਂ ਤੋਂ ਰੋਕਦੀ ਹੈ। ਪਰ ਗੱਲ ਫਿਰ ਉੱਥੇ ਆਣ ਕੇ ਡਿੱਗਦੀ ਹੈ, ਅਸੀਂ ਪੜ੍ਹੀ ਨਹੀਂ, ਅਸੀਂ ਵੇਖੀ ਨਹੀਂ ਅਜੇ ਤੱਕ ਕੋਈ ਸਿੱਖ ਰਹਿਤ ਮਰਿਆਦਾ ਕੀ ਹੈ, ਨਾ ਬਾਣੀ ਵਾਲੇ ਬੰਨੇ ਅਸੀਂ ਧਿਆਨ ਦਿੱਤਾ। ਆਓ ਭਾਈ ਗੁਰਬਾਣੀ ਪੜ੍ਹੀਏ ਅਤੇ ਸਮਝੀਏ। ਸਾਨੂੰ
ਤੁਹਾਨੂੰ ਕੋਈ ਪਰਿਵਾਰ ਕਵੇ ਜੀ ਫਲਾਣੇ ਮਹਾਂਪੁਰਖਾਂ ਦੇ ਉਹਨਾਂ ਕੋਲ ਇੱਕ ਜੀ ਪਾਠ ਕਰਾ ਕੇ ਆਰਤੀਆਂ ਵਾਲਾ ਪਾਠ ਕਰਾ ਕੇ ਵੇਖ ਲਓ, ਉਹਨਾਂ ਨੂੰ ਪੁੱਛੋ ਵੀ ਇਹ ਸ਼ਬਦਾਂ ਦੇ ਅਰਥ ਦੱਸ ਦਿਓ ਸਾਨੂੰ, ਵੀ ਆਰਤੀ ਤੇ ਆਪਣੇ ਆਪ ਚੋਰੀ ਜਿਹੜਾ ਥਾਪਿਆ ਨਹੀਂ ਜਾ ਸਕਦਾ, ਸਥਾਪਿਤ ਨਹੀਂ ਕੀਤਾ ਜਾ ਸਕਦਾ, ਉਹਦੀ ਫਿਰ ਆਰਤੀ ਆਪਾਂ ਕਿੱਦਾਂ ਕਰ ਸਕਦੇ ਹਾਂ। ਤਾਂ ਫਿਰ ਸਮਝਿਓ ਕੈਸੀ ਆਰਤੀ ਹੋਏ। ਆ ਰਹਾਉ ਦਾ ਬੰਦ ਹੈ। ਮਾਲਕ ਜੀ ਕਿੱਡੀ ਪਿਆਰੀ ਤੁਹਾਡੀ ਆਰਤੀ ਹੋ ਰਹੀ ਹੈ। ਕਿੱਦਾਂ ਉੱਤੇ ਪਹਿਲੇ ਬੰਦ ਵਿੱਚ ਉਹਦੀ ਗੱਲ ਕਰ ਚੁੱਕੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਵੀ ਇਹ ਆਕਾਸ਼ ਥਾਲ ਹੈ, ਸੂਰਜ ਤੇ ਚੰਦਰਮਾ ਵਿੱਚ ਦੀਵੇ ਪਏ ਹੋਏ ਨੇ, ਤਾਰਿਕਾ ਮੰਡਲ ਜਨਕ ਮੋਤੀ, ਤਾਰਿਆਂ ਦਾ ਜਿਹੜਾ ਇਕੱਠ ਹੈ, ਸਮੂਹ ਹੈ, ਇਹ ਵਿੱਚ ਹੀਰੇ ਤੇ ਜਵਾਹਰਾਤ ਮੋਤੀ ਪਏ ਹੋਏ ਨੇ। ਧੂਪ ਮਲਿਆਲਾ ਪਰਬਤ ਵੱਲੋਂ ਜਿਹੜੀ ਹਵਾ ਆ ਰਹੀ ਹੈ, ਇਹ ਸੁਗੰਧੀ ਦਾ ਕੰਮ ਦੇ ਰਹੀ ਹੈ, ਤੇ ਪਵਨ ਚਵਰੋ ਕਰੇ ਹਵਾ ਚੌਰ ਕਰ ਰਹੀ ਹੈ। ਸਗਲ ਬਨਰਾਏ ਫਲੰਤ ਜੋਤੀ, ਸੋਹਣੀ ਬਨਸਪਤੀ ਇਹ ਫੁੱਲ ਅਰਪਣ ਕਰ ਰਹੀ ਹੈ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਤੇ ਹੋ ਰਹੀ ਹੈ। ਤੇ ਆਰਤੀ ਤੇ ਤੀਜੇ ਬੰਦ ਵਿੱਚ ਕਹਿ ਦਿੱਤਾ ਕਿ ਜੋ ਤਿਸ ਭਾਵੈ, ਜੋ ਤੁਹਾਨੂੰ ਪਾਉਂਦਾ ਸੋ ਆਰਤੀ ਹੋਏ। ਤੁਹਾਡੀ ਰਜਾ ਮੁਤਾਬਕ ਤੁਰਨਾ ਹੀ ਮੇਰੇ ਵਾਸਤੇ ਸੱਚੀ ਆਰਤੀ ਹੈ। ਤਾਂ ਇੱਥੇ ਸਮਝਿਓ ਅਸੀਂ ਆਰਤੀ ਕਰਨੀ ਨਹੀਂ ਹੈ, ਹੋ ਰਹੀ ਆਰਤੀ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨਾ ਹੈ। ਜਦੋਂ ਹੋ ਗਿਆ ਫਿਰ ਤੇ ਜੇ ਤੁਹਾਨੂੰ ਕੋਈ ਪੁੱਛੇ ਆਓ ਆਪਾਂ ਆਰਤੀ ਕਰੀਏ, ਤੁਸੀਂ ਕਹੋ ਨਹੀਂ ਭਾਈ ਮੈਨੂੰ ਆਰਤੀ ਕਰਨ ਦੀ ਲੋੜ ਨਹੀਂ, ਮੈਂ ਤਾਂ ਰਹਿੰਦਾ ਹੀ ਆਰਤੀ ਵਿੱਚ ਹਾਂ, ਭਾਵ ਮੈਂ ਉਹਦੀ ਰਜਾ 'ਚ ਤੁਰਦਾ ਵਾਂ, ਮੇਰੀ ਆਰਤੀ ਦਿਨ ਰਾਤ ਹੀ ਹੋ ਰਹੀ ਹੈ। ਆਓ ਇਹੋ ਜਿਹੀ ਜਿਹੜੀ ਪੂਜਾ ਵਿਪਰ ਦੱਸਦਾ ਸੀ, ਉਹ ਪੂਜਾ ਕਰਮਕਾਂਡਾਂ ਵਾਲੇ ਬੰਨੇ ਲੈ ਕੇ ਜਾਂਦੀ ਸੀ, ਉਹ 'ਤੇ ਖਰਚਾ ਵੀ ਆਉਂਦਾ ਸੀ, ਉਹਦੇ ਵਾਸਤੇ ਵਕਤ ਕੱਢਣਾ ਪੈਂਦਾ ਸੀ। ਪਰ ਜਿਹੜੀ ਪੂਜਾ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ ਜਾਂ ਜਿਹੜੀ ਆਰਤੀ ਦੀ ਗੱਲ ਕੀਤੀ, ਇਹਦੇ ਵਾਸਤੇ ਵਕਤ ਕੱਢਣ ਦੀ ਤੁਹਾਨੂੰ ਵੱਖਰਾ ਲੋੜ ਨਹੀਂ। ਬਸ ਬਾਣੀ ਪੜ੍ਹਦੇ ਜਾਓ, ਸਮਝਦੇ ਜਾਓ, ਆਪਣੇ ਜੀਵਨ ਕਰਤਾਰ ਨੂੰ ਉੱਚਾ ਚੁੱਕਦੇ ਜਾਓ, ਅਤੇ ਆਰਤੀ ਆਪਣੇ ਆਪ 'ਚ ਉਹਦੀ ਰਜਾ ਵਿੱਚ ਤੁਰ ਕੇ ਹੋ ਰਹੀ ਹੈ। ਸਾਰਿਆਂ ਦਾ ਧੰਨਵਾਦ। ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ 'ਚ ਇੱਕ ਵਾਰ ਅਰਥਾਂ ਸਹਿਤ ਗੁਰਬਾਣੀ ਦਾ ਪਾਠ ਆਪ ਕਰ ਲਓ, ਤਾਂ ਕਿ ਬੋਝ ਹਲਕਾ ਹੋ ਜਾਏਗਾ। ਜਿੱਦਾਂ ਤਨ ਥੱਕਿਆ ਹੋਵੇ ਅਤੇ ਇਸ਼ਨਾਨ ਕਰ ਲਈਏ, ਫਰੈਸ਼ ਹੋ ਜਾਂਦਾ ਨਾ, ਮਨ ਦਾ ਇੱਕ ਵਾਰ ਬਾਣੀ ਨਾਲ ਇਸ਼ਨਾਨ ਕਰਕੇ ਵੇਖ ਲਓ, ਐਨ ਭਾਰ ਲੈ ਜਾਣਾ, ਸਮਝ ਆ ਜਾਏਗਾ ਕਿਹੜਿਆਂ ਕਰਮਕਾਂਡਾਂ ਨੂੰ ਅਸੀਂ ਨਿਭਾ ਰਹੇ ਸੀ ਸਾਰੀ ਜ਼ਿੰਦਗੀ। ਬਾਣੀ ਕੁਝ ਹੋਰ ਦੱਸਦੀ ਪਈ ਸੀ। ਆਓ ਬਾਣੀ ਪੜ੍ਹੋ, ਸਮਝੋ, ਵਿਚਾਰੋ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਸਾਰਿਆਂ ਦਾ ਧੰਨਵਾਦ ਜੀ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।